ਕੈਪਟਨ ਅਮਰਿੰਦਰ ਉਹਨਾਂ ਦੀ ਸਰਕਾਰ ਕਹਿੰਦੀ ਸੀ ਆਉਂਦੇ ਹੀ ਅਸੀਂ ਥਰਮਲ ਪਲਾਂਟ ਬੰਦ ਕਰ ਦਾਂਗੇ। ਪ੍ਰਾਈਵੇਟ ਥਰਮਲ ਪਲਾਂਟਾਂ ਨੇ ਪੰਜਾਬ ਲੁੱਟ ਲਿਆ। ਜਿਹੜੇ ਪ੍ਰਾਈਵੇਟ ਵਾਲੇ ਹੈਗੇ ਆ, ਜਦੋਂ ਅਸੀਂ ਇਹਨਾਂ ਦੀ ਬਿਜਲੀ ਨਹੀਂ ਖਰੀਦਾਂਗੇ ਤਾਂ ਸਾਨੂੰ ਇਹਨਾਂ ਦੇ ਬਿਨਾਂ ਖਰੀਦਣ ਤੇ ਵੀ ਪੈਸੇ ਦੇਣੇ ਪੈਣੇ ਆ। ਪੰਜਾਬ ਕੋਲ ਕਿੰਨੀ ਬਿਜਲੀ ਆ ਔਰ ਕਿੰਨੀ ਅਸੀਂ ਦੇ ਰਹੇ ਆ ਤੇ ਕਿੱਥੇ ਸਾਡੀ ਖਰਚਾ ਦੋਵੇਂ ਪਾਸੇ ਤਾਂ ਨਹੀਂ ਵੱਧ ਰਿਹਾ। ਲੋਕਾਂ ਨੂੰ ਵੀ ਅਸੀਂ ਇਸ ਮੁਫਤ ਦੇ ਚੱਕਰ 'ਚ ਖਰਚਾ ਕਰੀ ਜਾਈਏ ਤੇ ਖਰੀਦਣ 'ਚ ਵੀ ਖਰਚਾ ਕਰੀ ਜਾਈਏ। ਇੱਧਰ ਤਾਂ ਹੁਣ ਬਿਜਲੀ ਵੀ ਜਾਈ ਜਾ ਰਹੀ ਹੈ, ਪੈਸਾ ਵੀ ਜਾਈ ਜਾ ਰਿਹਾ ਹੈ। ਹੁਣ ਜਾਂ ਐਜੂਕੇਸ਼ਨ ਹੀ ਹੈ ਸਾਡੇ ਕੋਲ। ਹੁਣ ਅਸੀਂ ਟੀਚਰ ਨਹੀਂ ਭਰਤੀ ਕਰਦੇ ਇਸ ਕਰਕੇ ਵੀ ਯਾਰ ਅਲਾਓ ਨਹੀਂ ਕਰਦਾ ਖਜ਼ਾਨਾ, ਹੈ ਨਾ। ਤਾਂ ਤੁਸੀਂ ਘੱਟੋ ਘੱਟ ਇਹ ਉੱਧਰ ਦੇ ਦਿੰਦੇ। ਖਜ਼ਾਨਾ ਫੂਕ ਕੌਣ ਰਿਹਾ? ਮੁੱਖ ਮੰਤਰੀ ਵੀ ਦੋ ਆ ਕੇ ਚਲੇ ਗਏ, ਪਰ ਥਰਮਲ ਪਲਾਂਟ ਚੱਲੀ ਜਾਂਦੇ ਨੇ ਤੇ ਹੁਣ ਵਾਲੇ ਤਾਂ ਬੋਲਦੇ ਨਹੀਂ ਉਸ ਮਸਲੇ ਤੇ। ਕੀ ਇਹ ਮੁੱਦਾ ਮਰ ਗਿਆ ਜਾਂ ਇਹ ਮੁੱਦਾ ਸੀ ਨਹੀਂ? ਅਸਲ 'ਚ ਮੁੱਦਾ ਨਹੀਂ ਮਰਦਾ, ਮੈਨੂੰ ਲੱਗਦਾ ਮੁੱਦਾ ਮਾਰ ਦਿੱਤਾ ਜਾਂਦਾ। ਆਪਦੇ ਆਪ ਮੁੱਦਾ ਤਾਂ ਉੱਥੇ ਹੀ ਖੜਾ, ਉਹ ਉੱਥੇ ਹੀ ਉਹ ਸਮੱਸਿਆ ਖੜੀ ਹੈ ਤੇ ਸਾਰਾ ਕੁਝ ਹੈ। ਤੇ ਆਮ ਆਦਮੀ ਪਾਰਟੀ ਹੁਣ ਬੋਲਦੀ ਹੋ ਨਹੀਂ ਗੀ। ਉਹ ਕੋਲਾ ਨਾ ਦਿਖਿਆ ਮੈਨੂੰ ਮੁੜ ਕੇ, ਨਾ ਥਰਮਲ ਪਲਾਂਟ ਵਾਲਾ ਮਸਲਾ ਦਿਖਿਆ। ਲੋਕਪਾਲ ਕਿੱਧਰ ਗਿਆ? ਡਸਟਬਿਨ 'ਚ ਸੁੱਟਿਆ ਪਿਆ ਨਾ ਲੋਕਪਾਲ। ਕਿਤੇ ਵੀ ਕਦੇ ਗੱਲ ਹੋ ਰਹੀ ਹੈ? ਕੋਈ ਗੱਲ ਨਹੀਂ ਹੋ ਰਹੀ। ਮੁਫਤ ਬਿਜਲੀ ਹੈ ਉਹ ਬਹੁਤ ਮਹਿੰਗੀ ਮਿਲਦੀ ਹੈ ਕਿ ਚਾਹ ਦੇ ਕੱਪ ਤੇ ਮੈਨੂੰ ਮੋਦੀ ਬੁਲਾ ਲੇ, ਮੇਰੇ ਕੋਲ SYL ਦਾ ਵੀ ਇਲਾਜ ਹੈ। ਉਵੇਂ ਹੀ ਇਲਾਜ ਦਿੰਦੇ ਫਿਰਦੇ ਸੀ ਬਿਜਲੀ ਦਾ। ਬਿਜਲੀ ਕਹਿੰਦੇ ਬਿਜਲੀ ਤੋਂ ਬਿਨਾਂ ਅੱਜ ਕੁਝ ਵੀ ਸੰਭਵ ਨਹੀਂ ਆ। ਚਾਹੇ ਘਰ ਹੋਵੇ, ਚਾਹੇ ਖੇਤ ਹੋਵਣ, ਚਾਹੇ ਫੈਕਟਰੀ ਹੋਵੇ ਤੇ ਚਾਹੇ ਅੱਜ ਦੇ ਆਧੁਨਿਕ ਜੰਤਰ ਹੋਣ, ਕਹਿੰਦੇ ਬਿਜਲੀ ਦੀ ਬਹੁਤ ਲੋੜ ਆ। ਪਰ ਪੰਜਾਬ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਕਿ ਕੀ ਬਿਜਲੀ ਦੀ ਮਸਲੇ ਦੇ ਉੱਤੇ ਪੰਜਾਬ ਦੇ ਖਜ਼ਾਨੇ ਨੂੰ ਵੱਡੀ ਢਾਹ ਲੱਗ ਰਹੀ ਆ। ਚਾਹੇ ਉਹ ਬੰਬੀਆਂ ਦੇ ਬਿੱਲਾਂ ਦਾ ਮਸਲਾ ਹੋਵੇ, ਮੋਟਰਾਂ ਦੇ ਬਿੱਲਾਂ ਦਾ ਮਸਲਾ ਹੋਵੇ, ਉਹਦੇ ਉੱਪਰ ਸਬਸਿਡੀ ਦਾ ਮਸਲਾ ਹੋਵੇ, ਜਾਂ ਘਰਾਂ ਨੂੰ ਮੁਫਤ ਬਿਜਲੀ, ਸਸਤੀ ਬਿਜਲੀ ਦੇ ਹਵਾਲੇ ਨਾਲ ਖੂਬ ਚਰਚਾ। ਪੰਜਾਬ ਦੇ ਵਿੱਚ ਸਰਕਾਰਾਂ ਬਦਲੀਆਂ ਤਾਂ ਸਸਤੀ ਬਿਜਲੀ ਤੋਂ ਮੁਫਤ ਬਿਜਲੀ ਦਾ ਫਾਰਮੂਲਾ ਵੀ ਆਇਆ। ਪਰ ਇਹ ਸਭ ਦੇ ਦਰਮਿਆਨ ਪੰਜਾਬ ਦੀ ਆਰਥਿਕ ਸਥਿਤੀ ਨੂੰ ਲੈ ਕੇ ਸਵਾਲ ਹੁੰਦਾ ਰਿਹਾ ਕਿ ਇਹਦੇ ਉੱਤੇ ਸਰਕਾਰੀ ਖਜ਼ਾਨੇ ਤੇ ਕੀ ਬੋਝ ਪੈਣਾ। ਤੇ ਉਹ ਬੋਝ ਸਰਕਾਰੀ ਖਜ਼ਾਨੇ ਤੇ ਆ ਜਾਂ ਪੰਜਾਬ ਦੇ ਉਹਨਾਂ ਲੋਕਾਂ ਤੇ ਹੀ ਆ ਜਿਨ੍ਹਾਂ ਨੂੰ ਕਿਹਾ ਜਾਂਦਾ ਤੁਹਾਨੂੰ ਮੁਫਤ ਬਿਜਲੀ ਮਿਲ ਰਹੀ ਆ, ਮੁਫਤ ਪਾਣੀ ਮਿਲ ਰਿਹਾ। ਸੋ ਸਵਾਲ ਇਹ ਵੱਡਾ। ਇਸ ਦੇ ਨਾਲ ਹੀ ਸਵਾਲ ਹੈ ਕਿ ਕੇਂਦਰ ਇੱਕ ਬਿਜਲੀ ਨੂੰ ਲੈ ਕੇ ਨਵਾਂ ਸੋਧ ਬਿੱਲ ਲੈ ਕੇ ਆਉਂਦਾ। ਉਹ ਅੰਦੋਲਨ ਦੇ ਦੌਰਾਨ ਵੀ ਉਹਦਾ ਵਿਰੋਧ ਹੁੰਦਾ ਤੇ ਅੱਜ ਉਹ ਕਿਸ ਸਥਿਤੀ 'ਚ ਖੜਾ ਹੈ, ਕੀ ਉਹਦੇ ਆਉਣ ਨਾਲ ਕਿੰਨਾ ਕੁ ਭਾਰ ਪੈਣਾ, ਕਿੰਨਾ ਕੁ ਅਸਰ ਪੈਣਾ, ਕਿੰਨਾ ਕੁ ਦਬਦਬਾ ਵਧਣਾ, ਇਹ ਸਾਰੇ ਪਹਿਲੂ ਵੀ ਵਿਚਾਰਨ ਦੇ ਨੇ। ਤੇ ਸ਼ਾਇਦ ਪੰਜਾਬ 'ਚ ਥਰਮਲ ਪਲਾਂਟ ਵੀ ਸੀ, ਪ੍ਰਾਈਵੇਟ ਥਰਮਲ ਪਲਾਂਟ, ਤੇ ਉਹਨਾਂ ਥਰਮਲ ਪਲਾਂਟ ਵਾਲਾ ਮਾਮਲਾ ਅਚਾਨਕ ਲੁਪਤ ਕਿਵੇਂ ਹੋ ਗਿਆ, ਗੋਲ ਕਿਵੇਂ ਹੋ ਗਿਆ, ਗਵਾਚ ਕਿੱਥੇ ਗਏ, ਕੀ ਆ ਉਹ ਸਾਰਾ ਪਹਿਲੂ। ਤੇ ਸਾਰੇ ਬਿਜਲੀ ਵਾਲੇ ਮਸਲਿਆਂ ਤੇ ਕਰਾਂਗੇ ਚਰਚਾ ਕਰਨ ਦੇ ਲਈ ਹਾਜ਼ਰ ਹਾਂ ਅਸੀਂ ਪੰਜਾਬ ਟੈਲੀਵਿਜ਼ਨ ਦੇ ਉੱਤੇ। ਤੇ ਮੇਰੇ ਨਾਲ ਦੋ ਮਾਹਰ ਤੇ ਸੀਨੀਅਰ ਪੱਤਰਕਾਰ ਮੌਜੂਦ ਨੇ ਜਿਹੜੇ ਇਸ ਮਸਲਿਆਂ ਨੂੰ ਬੜੀ ਗੰਭੀਰਤਾ ਨਾਲ ਸਮਝਦੇ ਨੇ। ਉਹਨਾਂ ਦੇ ਵਿੱਚ ਮੇਰੇ ਨਾਲ ਨੇ ਇੰਦਰਪ੍ਰੀਤ ਸਿੰਘ ਜੀ ਤੇ ਹਮੀਰ ਸਿੰਘ ਭਾਜੀ ਸਵਾਗਤ ਕਰਦੇ ਹਾਂ। ਮੈਂ ਇੰਦਰਪ੍ਰੀਤ ਜੀ ਤੁਹਾਤੋਂ ਹੀ ਸ਼ੁਰੂ ਕਰਨਾ ਚਾਹੁੰਦਾ। ਕਹਿੰਦੇ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਜਨਵਰੀ ਤੋਂ ਲੈ ਕੇ ਸਤੰਬਰ ਮਹੀਨੇ ਤੱਕ 2 ਲੱਖ ਨਵੇਂ ਕਨੈਕਸ਼ਨਾਂ ਦੀ ਮੰਗ ਆਉਂਦੀ ਆ ਤੇ ਇਸ ਵਾਰ ਇਸੇ ਸਮੇਂ ਦੇ ਦਰਮਿਆਨ ਜਨਵਰੀ ਤੋਂ ਲੈ ਕੇ ਸਤੰਬਰ ਤੱਕ 3 ਲੱਖ ਤੇ ਕਰੀਬ ਨਵੇਂ ਕਨੈਕਸ਼ਨਾਂ ਦੀ ਮੰਗ ਆ ਜਾਂਦੀ ਹੈ ਘਰਾਂ 'ਚ। ਕੀ ਇਹ ਮੁਫਤ ਬਿਜਲੀ ਦੀ ਸਕੀਮ ਦਾ ਪਹਿਲੂ ਹੈ? ਤੇ ਇਹ ਜਿਹੜੀ ਮੁਫਤ ਬਿਜਲੀ ਦੀ ਸਕੀਮ ਹੈ ਉਹਦਾ ਕਿੰਨਾ ਕੁ ਬੋਝ ਸਰਕਾਰੀ ਖਜ਼ਾਨੇ ਤੇ ਪੈ ਰਿਹਾ? ਦੂਸਰੇ ਪਾਸੇ ਬਿੱਲਾਂ ਨੂੰ ਲੈ ਕੇ, ਮੋਟਰਾਂ ਦੇ ਬਿੱਲਾਂ ਨੂੰ ਲੈ ਕੇ ਪਹਿਲਾਂ ਹੀ ਸਵਾਲ ਰਿਹਾ। ਸੋ ਪੰਜਾਬ ਦੇ ਖਜ਼ਾਨੇ ਤੇ ਬੋਝ, ਪੰਜਾਬ ਦੇ ਲੋਕਾਂ ਤੇ ਬੋਝ, ਜਾਂ ਪੰਜਾਬ ਨੂੰ ਸੱਚਮੁੱਚ ਮੁਫਤ ਬਿਜਲੀ? ਦੇਖੋ, ਇਹ ਜਿਹੜਾ ਤੁਸੀਂ ਕਿਹਾ ਕਿ ਜਿਹੜੇ ਕਨੈਕਸ਼ਨਸ ਵਧੇ ਆ ਉਹ ਨੋ ਡਾਊਟ ਕਿ ਜਦੋਂ ਦਾ 300 ਯੂਨਿਟ ਫ੍ਰੀ ਪਰ ਮੰਥ ਉਹਨਾਂ ਨੇ ਕਿਹਾ ਕਿ ਅਸੀਂ ਦੇਵਾਂਗੇ, ਉਹਦੇ ਨਾਲ ਬਹੁਤ ਸਾਰੇ ਘਰ ਇੱਦਾਂ ਦੇ ਹੈਗੇ ਸੀ ਜਿੱਥੇ ਮੀਟਰ ਇੱਕੋ ਹੀ ਸੀ ਲੇਕਿਨ ਉੱਪਰ ਥੱਲੇ ਮੁੰਡਾ ਉੱਪਰ ਰਹਿ ਰਿਹਾ ਜਾਂ ਮਾਂ ਪਿਓ ਥੱਲੇ ਰਹਿ ਰਹੇ ਜਾਂ ਭਰਾ ਇੱਦਾਂ ਰਹਿ ਰਹੇ ਨੇ। ਤਾਂ ਉਹਦੇ ਵਿੱਚ ਹੁਣ ਉਹਨਾਂ ਨੇ ਕਿਹਾ ਵੀ ਇਹਨੂੰ ਜੇ ਆਪਾਂ 2 ਕਰ ਲਈਏ ਤਾਂ ਸਾਨੂੰ ਜ਼ਿਆਦਾ ਫਾਇਦਾ ਹੋਊਗਾ। ਤਾਂ ਇਸ ਕਰਕੇ ਬਹੁਤ ਸਾਰੇ ਕਨੈਕਸ਼ਨ ਮਤਲਬ ਇਹ ਆਏ ਨੇ। ਮਤਲਬ ਹੁਣ ਤੁਸੀਂ 3 ਲੱਖ ਕਿਹਾ ਤਾਂ ਮੇਰਾ ਖਿਆਲ ਤਾਂ ਗਿਣਤੀ ਸ਼ਾਇਦ ਇਸ ਤੋਂ ਜ਼ਿਆਦਾ ਹੈ, ਕਿਉਂਕਿ ਅਸੀਂ ਪਿੱਛੇ ਜੇ ਇੱਕ ਨਵਾਂ ਕਨੈਕਸ਼ਨ ਅਸੀਂ ਆਪਣੀ ਫਾਰਮ ਦੇ ਉੱਤੇ ਲਗਵਾਉਣਾ ਸੀ ਤਾਂ ਮੈਨੂੰ ਯਾਦ ਆ ਕਿ ਅਸੀਂ ਉਦੋਂ ਅਪਲਾਈ ਕੀਤਾ ਸੀਗਾ ਕਿ ਅਸੀਂ ਨਵਾਂ ਕਨੈਕਸ਼ਨ ਲੈਣਾ। ਤਾਂ ਸਾਨੂੰ ਪਤਾ ਹੈ ਕਿ ਕਿੰਨਾ ਮੁਸ਼ੱਕਤ ਕਰਨੀ ਪਈ ਇਹਦੇ ਲਈ ਕਿ ਉਹ ਨਵਾਂ ਕਨੈਕਸ਼ਨ ਦੇਣ ਲਈ ਵੀ ਨਹੀਂ ਤਿਆਰ। ਪਹਿਲਾਂ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਹੈ ਬਿਲਕੁਲ ਨਵਾਂ ਫਰੈਸ਼ ਕਨੈਕਸ਼ਨ, ਇੱਕ ਹੈ ਜਿਹੜਾ ਪਹਿਲਾਂ ਹੀ ਹੈਗਾ ਉਸ ਮੀਟਰ ਚੋਂ 1 ਮੀਟਰ ਇੱਕ ਘਰ ਦੇ ਵਿੱਚ ਆਲਰੇਡੀ ਲੱਗਿਆ, ਇੱਕ ਘਰ ਦੇ ਵਿੱਚ ਇੱਕ ਹੋਰ ਲਗਾ ਲਿਆ। ਮਤਲਬ ਇਸ ਤਰ੍ਹਾਂ ਦਾ ਉੱਪਰ ਥੱਲੇ ਕਰ ਲਿਆ। ਜਿਵੇਂ ਖਾਸ ਤੌਰ ਤੇ ਮੋਹਾਲੀ ਵਰਗਾ ਤੁਸੀਂ ਸ਼ਾਇਦ ਦੇਖੋ ਨਾ, ਉੱਥੇ ਪਹਿਲਾਂ ਤਾਂ ਇੱਕੋ ਹੀ ਮੀਟਰ ਹੈ ਮੇਨ ਮਕਾਨ ਮਾਲਕ ਦੇ ਉੱਤੇ ਲੱਗਿਆ ਹੋਇਆ, ਉਹਦੇ ਜਿਹੜੇ ਉੱਪਰ ਨੇ ਉਹ ਸਬ ਮੀਟਰ ਨੇ। ਹੁਣ ਉਹ ਵੀ ਟਰਾਈ ਇਹੀ ਕਰ ਰਹੇ ਨੇ ਕਿ ਉੱਪਰ ਦੇ ਉੱਪਰ ਵੀ ਜਿਹੜੇ ਹੈਗੇ ਆ ਨਵੇਂ ਸਾਰੇ 0 ਹੀ ਬਿੱਲ ਆਵੇ, ਔਰ ਉਹਦਾ ਅਸਰ ਆਉਣ ਵੀ ਲੱਗ ਗਿਆ ਆਲਮੋਸਟ। ਹੁਣ ਤੁਸੀਂ ਦੇਖੋ ਵੀ ਜਿਹੜੇ ਪਿਛਲੇ ਬਿੱਲ ਲੰਘੇ ਨੇ ਉਹਦੇ 'ਚ 75% ਲੋਕਾਂ ਦੇ 0 ਬਿੱਲ ਹੋ ਗਿਆ ਜਾਂ 10 ਰੁਪਏ ਆ ਰਿਹਾ। ਅੱਜ ਕੱਲ੍ਹ ਉਹ ਨਵਾਂ ਹੀ ਇੱਕ ਆ ਗਿਆ ਕਿ 10 ਰੁਪਏ ਦੇ ਦੇਣੇ ਆ, ਤਾਂ ਉਹ ਉਨਾ ਕੀ ਬਿੱਲ ਆਉਂਦਾ, ਉਹ ਆਲਮੋਸਟ 0 ਹੀ ਹੈ। ਤਾਂ ਹੁਣ ਜਿਹੜੇ 25% ਰਹਿ ਗਏ ਉਹਨਾਂ ਦਾ ਮੈਨੂੰ ਲੱਗਦਾ ਕਿ ਜਿਹੜੀਆਂ ਸਰਦੀਆਂ ਆਉਣਗੀਆਂ ਇਹਨਾਂ ਦਾ ਵੀ ਸ਼ਾਇਦ 0 ਹੀ ਹੋ ਜਾਏ। ਤਾਂ ਜਿਹੜਾ ਇਹ ਤੁਸੀਂ ਗੱਲ ਠੀਕ ਕਹੀ ਹੈ ਕਿ ਬਈ ਇਹ, ਪਰ ਮੈਨੂੰ ਲੱਗਦਾ ਨਹੀਂ ਸੀ ਕਿ ਕਦੀ ਪੰਜਾਬ ਦੇ ਲੋਕਾਂ ਨੇ ਕਦੀ ਇਹ ਡਿਮਾਂਡ ਕੀਤੀ ਹੋਏ ਕਿ ਵੀ ਸਾਨੂੰ ਮੁਫਤ ਬਿਜਲੀ ਚਾਹੀਦੀ ਹੈ।
ਸਸਤੀ ਦੀ ਜ਼ਰੂਰ ਉਹ ਡਿਮਾਂਡ ਕਰਦੇ ਰਹੇ ਕਿ ਯਾਰ ਬਿਜਲੀ ਪੰਜਾਬ 'ਚ ਬਹੁਤ ਮਹਿੰਗੀ ਹੋ ਗਈ, 8-8 ਰੁਪਏ ਤਾਂ ਘਰੇਲੂ ਜਿਹੜਾ ਖਪਤਕਾਰ ਹੈ ਉਹਦੀ ਉਹ ਪਹੁੰਚ ਗਈ ਹੈ। ਖਾਸ ਤੌਰ ਤੇ ਉਹ ਜਿਹੜੇ ਫਿਰ ਦੁਕਾਨਦਾਰ ਵੀ ਨੇ ਉਹਨਾਂ ਨੂੰ ਤਾਂ ਡਬਲ ਪੈ ਜਾਂਦੀ ਸੀ ਵੀ ਇਧਰੋਂ 8 ਰੁਪਏ ਘਰ ਦੀ ਵੀ ਪੈ ਰਹੀ ਹੈ ਤੇ ਦੁਕਾਨਾਂ ਦੀ ਵੀ ਮਤਲਬ 9-9 10-10 ਰੁਪਏ, ਕਿਉਂਕਿ ਕਮਰਸ਼ੀਅਲ ਇੱਕ ਇਹੋ ਜਿਹਾ ਸੀ ਹੁਣ ਜਿਹੜਾ ਸਭ ਤੋਂ ਹਾਈਐਸਟ ਰੇਟ ਹੈ। ਬਾਕੀ ਕਿਉਂਕਿ ਤੁਸੀਂ ਇੰਡਸਟਰੀ ਨੂੰ ਵੀ 5 ਰੁਪਏ ਯੂਨਿਟ ਦੇ ਹਿਸਾਬ ਨਾਲ ਦਿੰਦੇ ਹੋ ਤਾਂ ਉਹ ਥੱਲੇ ਆ ਗਈ ਹੈ, ਸਬਸਿਡੀ ਕੁਛ ਨਾ ਕੁਛ ਤਾਂ ਮਿਲ ਜਾਂਦੀ ਹੈ ਯਾਨੀ ਇੰਡਸਟਰੀ ਨੂੰ ਵੀ, ਪਰ ਜਿਹੜੀ ਕਮਰਸ਼ੀਅਲ ਦੁਕਾਨਾਂ ਹੈਗੀਆਂ ਨੇ ਦੁਕਾਨਦਾਰ ਹੈ ਉਹਨਾਂ ਨੂੰ ਤਾਂ ਬਹੁਤ ਹੀ ਘੱਟ ਮਿਲਦਾ ਸੀ। ਤੇ ਇਹਦੇ ਕਰਕੇ ਹੁਣ ਜਿਹੜਾ ਉਹ ਭਾਰ ਵਧਿਆ 6800 ਕਰੋੜ ਦਾ ਹੋਰ 6800, ਹਾਂ ਉਹ ਮੈਨੂੰ ਲੱਗਦਾ ਕਿ ਸ਼ਾਇਦ ਇਹ ਕਿਉਂਕਿ ਮੈਂ ਕੱਲ 2-3 ਆਫੀਸਰਸ ਨਾਲ ਗੱਲ ਕੀਤੀ ਸੀ, ਉਹ ਕਹਿ ਰਹੇ ਸੀ ਸਸਟੇਨ ਨਹੀਂ ਕਰ ਪਾਵਾਂਗੇ ਇੱਕ ਘਰੇਲੂ ਸਾਰੀ ਸਬਸਿਡੀ ਮਿਲਾ ਕੇ। ਭਾਜੀ ਇੰਦਰਪ੍ਰੀਤ ਹੋਰੀ ਕਹਿੰਦੇ ਨੇ ਕਿ ਪੰਜਾਬ ਨੇ ਕਦੇ ਮੁਫਤ ਬਿਜਲੀ ਦੀ ਮੰਗ ਨਹੀਂ ਕੀਤੀ, ਸਸਤੀ ਬਿਜਲੀ ਦੀ ਮੰਗ ਕੀਤੀ, ਪਰ ਇਹ ਕਹਿੰਦੇ 6800 ਕਰੋੜ ਦਾ ਬੋਝ ਪੰਜਾਬ ਦੇ ਖਜ਼ਾਨੇ ਤੇ ਪੈ ਰਿਹਾ, ਮਤਲਬ ਪੰਜਾਬ ਦੇ ਲੋਕਾਂ ਤੇ ਪੈ ਰਿਹਾ। ਤੇ ਇਹਦੇ ਵਿੱਚ ਫਿਰ ਜਿਹੜੀਆਂ ਮੋਟਰਾਂ ਵਾਲੇ ਬਿੱਲ ਨੇ ਉਹਦਾ ਵੀ ਸਵਾਲ ਉੱਠਣ ਲੱਗਿਆ, ਦੁਬਾਰਾ ਉਹ ਫਿਰ ਚਰਚਾ 'ਚ ਆਏ ਨੇ ਕਿ ਕੀ ਉਹ ਸਹੀ ਲੋੜਵੰਦ ਲੋਕਾਂ ਨੂੰ ਵੀ ਉਹਦੀ ਸਹੂਲਤ ਮਿਲ ਰਹੀ ਆ ਜਾਂ ਕੋਈ ਵੱਡੇ ਘਰਾਣੇ ਉਹਦਾ ਆਨੰਦ ਲਈ ਜਾਂਦੇ ਨੇ। ਨਹੀਂ, ਇੱਕ ਤਾਂ ਦੇਖੋ ਸਮਾਜ ਦਾ ਇੱਕ ਲੌਜੀਕ ਹੁੰਦਾ ਹੈ ਦਲੀਲ ਕਿ ਲੋੜਵੰਦਾਂ ਨੂੰ ਤਾਂ ਉਹ ਚੀਜ਼ ਮਿਲਣੀ ਚਾਹੀਦੀ ਹੈ, ਜਿਹੜੇ ਬੰਦੇ ਨਹੀਂ ਅਫੋਰਡ ਕਰ ਸਕਦੇ, ਜਿਹੜੇ ਬੰਦਿਆਂ ਕੋਲ ਕੋਈ ਚੀਜ਼ ਉਸ ਲੈਵਲ ਦੀ ਨਹੀਂ ਹੁੰਦੀ। ਹਰ ਸਕੀਮ ਦਾ ਬੁਨਿਆਦ ਇਹ ਹੁੰਦੀ ਹੈ, ਕੋਈ ਵੀ ਹੋਵੇ, ਉਹ ਚਾਹੇ ਬਿਜਲੀ ਹੋਵੇ, ਚਾਹੇ ਕਣਕ ਹੋਵੇ, ਚਾਹੇ ਜਿਹੜਾ ਮਰਜ਼ੀ ਚੀਜ਼ ਦੇਣੀ ਹੋਵੇ। ਪਰ ਜੇ ਤੁਸੀਂ ਸਭ ਨੂੰ ਇੱਕੋ ਮਤਲਬ ਇਹਦੇ 'ਚ ਤਾਂ ਤੁਸੀਂ ਸਮਾਜਵਾਦ ਲਿਆ ਦਿੰਦੇ ਹੋ ਵੀ ਚਾਹੇ ਕਰੋੜਪਤੀ ਹੈ ਉਹਨੂੰ ਵੀ ਉਨਾ ਫਾਇਦਾ, ਜਿਹਨੂੰ ਜਮ੍ਹਾਂ ਨਹੀਂ ਮਿਲਦੀ ਵਿਚਾਰੇ ਨੂੰ ਉਹਨੂੰ ਵੀ ਇੰਨਾ ਹੀ ਫਾਇਦਾ। ਇਹ ਜਿਹੜਾ ਤਰੀਕਾਕਾਰ ਹੁੰਦਾ ਹੈ ਇਹਦਾ ਮਤਲਬ ਲੋੜ ਨਹੀਂ ਦੇਖਦਾ, ਇਹ ਵੋਟ ਦੇਖਦਾ। ਇਹ ਦੋਨਾਂ ਗੱਲਾਂ 'ਚ ਫਰਕ ਪੈਂਦਾ। ਸਾਡਾ ਸਿਆਸਤਦਾਨ ਵੋਟ ਦੇਖਦਾ, ਲੋੜ ਨਹੀਂ ਦੇਖਦਾ। ਹੁਣ ਕੀ ਹੈ ਬਿਜਲੀ ਦੇ ਮਾਮਲੇ ਦੇ ਵਿੱਚ, ਕੇਵਲ ਕਮਰਸ਼ੀਅਲ ਨੂੰ ਛੱਡ ਕੇ ਉਹ 10% ਕਨੈਕਸ਼ਨ ਨੇ ਸਾਡੇ 1 ਕਰੋੜ ਟੋਟਲ ਕਨੈਕਸ਼ਨ ਦੇ ਵਿੱਚੋਂ 12 ਲੱਖ ਕਨੈਕਸ਼ਨ ਹੈ ਲਗਭਗ, ਉਹ ਤੋਂ ਤਾਂ ਪੂਰਾ ਬਿੱਲ ਲਿਆ ਜਾਂਦਾ। ਬਾਕੀ ਕੋਈ ਵਰਗ ਨਹੀਂ ਇਹੋ ਜਿਹਾ ਜਿਹਦੇ ਤੋਂ ਪੂਰਾ ਬਿੱਲ ਲਿਆ ਜਾਂਦਾ ਹੋਵੇ। ਔਰ ਉਹਦੇ 'ਚ ਇੱਕ ਗੱਲ ਤਾਂ ਇਹ ਹੈ ਕਿ ਇੰਡਸਟਰੀ ਨੂੰ ਵੀ ਸਸਤੀ ਸਬਸਿਡਾਈਜ਼ਡ ਹੈ, ਘਰੇਲੂ ਬਿਜਲੀ ਸਬਸਿਡੀ ਹੈਗੀ ਉਹ ਹੈ, ਕਿਸੇ ਨੂੰ ਕਿਸੇ ਨਾਂ ਤੇ ਕਿਸੇ ਨੂੰ ਕਿਸੇ ਨਾਂ ਤੇ ਤੁਸੀਂ ਸਬਸਿਡੀ ਦਿੰਦੇ ਹੋ। ਔਰ ਟਿਊਬਵੈਲਾਂ ਦੀ ਜਿਹੜੀ ਬਿਜਲੀ ਵੀ ਹੈ, ਟਿਊਬਵੈਲਾਂ ਦੀ ਹੁਣ ਇਹ ਹੈ ਕਿ ਇੱਕ ਵਾਰ ਇਹ ਵੀ ਕਿਹਾ ਸੀ ਵੀ ਵੱਡੇ ਬੰਦਿਆਂ ਨੂੰ ਘੱਟੋ ਘੱਟ ਆਪ ਦੇ ਦੇਣ ਜਾਂ ਦੇਣ ਲੱਗ ਜਾਣ। ਤੁਹਾਡੇ ਯਾਦ ਹੋਣਾ ਕਿ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦੋਂ ਬਣੀ ਹੈ, ਇਹ 17 ਜੂਨ ਦੀ ਗੱਲ ਹੈ 2017 ਦੀ, ਜਦੋਂ ਵਿਧਾਨ ਸਭਾ ਦੀ ਅਸੈਂਬਲੀ 'ਚ ਉਹਨੇ ਖੜੇ ਹੋ ਕੇ ਵੀ ਆਜੋ ਆਪਾਂ ਛੱਡ ਦਈਏ, ਹੈਨਾ ਵੀ ਮੈਂ ਛੱਡਦਾ ਤੂੰ, ਉਹਨਾਂ ਨੇ ਆਪ ਨਹੀਂ ਛੱਡੀ। ਤੇ ਮੁੜ ਕੇ 2-3 ਐਪਲੀਕੇਸ਼ਨਾਂ ਆਈਆਂ ਸੀ, ਇੱਕ ਸੁਖਪਾਲ ਖਹਿਰੇ ਦੀ, ਇੱਕ ਨਾਗਰੇ ਦੀ, ਤੇ ਹੋਰ ਉਹ ਵੀ ਪਤਾ ਨਹੀਂ ਵਿੱਚ ਹੀ ਰਲ ਗਿਆ ਮੁੜ ਕੇ, ਹਨਾ ਚੀਜ਼ਾਂ ਨਹੀਂ ਚੱਲੀਆਂ। ਔਰ ਇਹਦੇ ਕਰਕੇ ਇਹ ਹੈ ਕਿ ਜਦੋਂ ਤੁਸੀਂ ਛੱਡਣ ਲਈ ਤਿਆਰ ਨਹੀਂ, ਇੱਕ ਬੰਦਾ ਤਾਂ ਲੱਖਾਂ ਰੁਪਇਆ ਲਿਆ ਰਿਹਾ ਔਰ ਖੇਤੀ ਦੇ ਵਿੱਚੋਂ ਵੀ ਅਜੇ ਵੀ ਕਿਸਾਨਾਂ ਦਾ ਇੱਕ ਹਿੱਸਾ ਇਹੋ ਜਿਹਾ ਹੈਗਾ ਜਿਹਦੇ ਕੋਲ ਇੱਕ ਵੀ ਟਿਊਬਵੈਲ ਨਹੀਂ ਹੈ। ਉਹ ਜੇ ਥੋੜੀ ਵੀ ਹੈ ਉਹਦੀ, ਉਹ ਵਿਚਾਰਾ ਡੀਜ਼ਲ ਇੰਜਣ ਤੇ ਨਿਰਭਰ ਹੈ, ਉਹਨੂੰ ਤਾਂ ਬਿਲਕੁਲ ਕੁਝ ਨਹੀਂ ਮਿਲ ਰਿਹਾ। ਇਸ ਲਈ ਇਹਦੀ ਜਿਹੜੀ ਰੈਸ਼ਨਲਾਈਜੇਸ਼ਨ ਹੁੰਦੀ ਹੈ, ਇਹ ਇੱਕ ਵਾਜਬੀਅਤਾ, ਤਰਕਸੰਗਤਤਾ ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹੜੇ ਅਫੋਰਡ ਕਰ ਸਕਦੇ ਨੇ। ਅੱਛਾ, ਵੱਡੇ ਜਿਹੜੇ ਕਿਸਾਨ ਨੇ ਬਹੁਤ, ਉਹਨਾਂ ਕੋਲ ਕੱਲੀ ਕਿਸਾਨੀ ਨਹੀਂ ਹੈ, ਉਹਨਾਂ ਕੋਲ ਹੋਰ ਵੀ ਧੰਦੇ ਬਹੁਤ ਨੇ। ਕਿਸੇ ਦੀ ਆੜਤ ਦੀ ਦੁਕਾਨ ਹੈ, ਕਿਸੇ ਕੋਲ ਸੈਲਰ ਹੈ, ਕਿਸੇ ਕੋਲ ਟਰਾਂਸਪੋਰਟ ਹੈ, ਕਿਸੇ ਕੋਲ ਕੁਛ ਹੈ। ਹੁਣ ਜੇ ਬਾਦਲ ਨੇ, ਅਮਰਿੰਦਰ ਨੇ ਜਾਂ ਜਾਖੜ ਨੇ ਜਾਂ ਜਿਹੜੇ ਵੱਡੇ ਵੱਡੇ ਸਾਰੇ ਲੋਕ ਨੇ, ਇਹਨਾਂ ਨੂੰ ਕੀ ਲੋੜ ਹੈ ਜੀ 40 ਮੋਟਰ, ਮਤਲਬ ਕਾਸੇ ਵੀ ਮਾਮਲੇ 'ਚ ਮੈਂ ਕਹਿੰਦਾ ਚਾਹੇ 2 ਹੋਣ ਚਾਹੇ 1000 ਹੋਵੇ, ਇਹਨਾਂ ਨੂੰ ਤਾਂ ਲੋੜ ਨਹੀਂ ਨਾ। ਇਹਨਾਂ ਕੋਲ ਹੋਰ ਬਹੁਤ ਜ਼ਿਆਦਾ ਚੀਜ਼ਾਂ ਉਸ ਲੈਵਲ ਤੇ ਨੇ, ਤਾਂ ਉਹਦੀ ਇੱਕ ਜਿਹੜੀ ਵਾਜਬੀਅਤ ਦੇਖੀ ਜਾਣੀ ਚਾਹੀਦੀ ਹੈ। ਦੂਜੀ ਗੱਲ ਘਰੇਲੂ ਦਾ ਵੀ ਮਾਮਲਾ ਹੈ। ਘਰੇਲੂ ਦੇ ਮਾਮਲੇ ਦੇ ਵਿੱਚ ਉਹ ਵੀ ਬੰਦੇ ਨੇ ਜਿਹੜੇ ਅਮਨ ਮਤਾ ਏਸੀ ਲੱਗੇ ਨੇ, ਸਭ ਕੁਝ ਲੱਗੇ, ਤੁਸੀਂ ਸਭ ਨੂੰ ਕਹਿੰਦਾ 300 ਤਾਂ ਦੇਾਂਗੇ ਜੀ, ਉਹਨਾਂ ਨੂੰ ਕਿਉਂ ਦੇਾਂਗੇ? ਔਰ ਤੁਸੀਂ ਉਹਨਾਂ ਲੋਕਾਂ ਨੂੰ ਦੇ ਸਕਦੇ ਹੋ ਜਿਹੜੇ ਬੰਦੇ ਉਹਨੇ, ਬਾਕੀ ਨੂੰ ਤੁਸੀਂ ਮਤਲਬ ਜੇ ਚਾਹੋ ਤਾਂ ਸਸਤੀ ਬਿਜਲੀ ਦਾ ਰੇਟ ਸਸਤਾ ਤਾਂ ਹੋਊਗਾ ਜੇਕਰ ਇਹ ਹੋਏਗਾ। ਇੱਕ ਜ਼ਮਾਨੇ ਤੱਕ ਇਹ ਰੇਟ ਸੀ 2003 ਤੋਂ ਪਹਿਲਾਂ, ਖਾਸ ਤੌਰ ਤੇ ਜਿਹੜਾ ਬਿਜਲੀ ਐਕਟ ਸੀ ਉਹ 'ਚ ਨਾ ਕ੍ਰਾਸ ਸਬਸਿਡੀ ਦਾ ਇੱਕ ਕਨਸੈਪਟ ਸੀਗਾ। ਕ੍ਰਾਸ ਸਬਸਿਡੀ ਦਾ ਮਤਲਬ ਇਹ ਹੈ ਵੀ ਜਿਹੜਾ ਪੇ ਕਰ ਸਕਦਾ ਉਹ ਥੋੜੇ ਜਿਹਾ ਜ਼ਿਆਦਾ ਲੈ ਲਓ, ਜਿਹੜਾ ਪੇ ਘੱਟ ਕਰ ਸਕਦਾ ਉਹ ਤੋਂ ਥੋੜੇ ਜਿਹਾ ਘੱਟ ਲੈ ਲਓ, ਤਾਂ ਕਿ ਜਿਹੜਾ ਇਧਰੋਂ ਘਾਟਾ ਪਏਗਾ ਉਹ ਦੂਜਿਆਂ ਤੋਂ ਪੂਰਾ ਹੋ ਜਾਏਗਾ। ਹੁਣ 2003 ਦੇ ਕਾਨੂੰਨ ਦੇ ਵਿੱਚ ਉਹ ਨੇੜੇ ਹੋ ਗਿਆ ਵੀ ਲੈਣਾ। ਹੁਣ ਨਵਾਂ ਜਿਹੜਾ ਡਰਾਫਟ ਆਏਗਾ ਉਹਦੇ ਵਿੱਚ ਬਿਲਕੁਲ ਖਤਮ ਹੋ ਜਾਏਗਾ। ਇਸ ਕਰਕੇ ਜਿਹੜਾ ਸਬਸਿਡੀ ਦਾ ਮੈਂ ਇੱਕੋ ਪੁਆਇੰਟ ਇਹ ਗੱਲ ਕਰ ਰਿਹਾ ਕਿ ਜਿਹੜਾ ਲਗਭਗ 18,000 ਕਰੋੜ ਰੁਪਏ ਸਾਡਾ ਬਿੱਲ ਹੁਣ ਬਣਿਆ ਹੈ, ਔਰ ਉਹ ਕੌਣ ਗਵਰਨਮੈਂਟ ਕਦੋਂ ਕਿੰਨਾ ਚਿਰ ਪੇ ਕਰੇਗੀ। 9,000 ਕਰੋੜ ਪੁਰਾਣਾ ਖੜਾ ਹੈ, ਇਸ ਗਵਰਨਮੈਂਟ ਤੋਂ ਪਹਿਲਾਂ ਦਾ ਖੜਾ ਹੈ। ਉਹ ਜਦੋਂ ਪੇ ਕਰਨਗੇ ਤਾਂ ਕਿੱਥੇ ਕਰਨਗੇ, ਕਿਵੇਂ ਕਰਨਗੇ, ਤੇ ਪੈਸਾ ਕਿੱਥੋਂ ਆਊਗਾ? ਇਹ ਸਵਾਲ ਕਿਤੇ
ਮਤਲਬ ਆਂਡੇ ਲੈਂਦੀ ਮੁਰਗੀ ਨਾ, ਅਗਲਾ ਕਹਿੰਦਾ ਵੀ ਜ਼ਿਆਦਾ ਲੈ ਲਓ, ਮੁਰਗੀ ਉਹ ਨਾ ਮਾਰ ਲੈਣ। ਹਾਂ ਬਿਲਕੁਲ, ਆ ਜਿਹੜੇ ਆਂਡਿਆਂ ਵਾਲਾ ਸਵਾਲ ਹੈ ਕਿ ਮੁਰਗੀ ਉਹਨਾਂ ਗਵਾ ਬੈਠੀ ਹੈ, ਪਿਛਲੀ ਸਰਕਾਰ ਦੇ ਸਮੇਂ ਦੀ ਅਦਾਇਗੀ ਵੀ ਖੜੀ ਹੈ। ਹਮੀਰ ਭਾਜੀ ਕਹਿੰਦੇ ਕਿ ਜਿਹੜੇ ਲੈ ਰਹੇ ਨੇ ਮੋਟਰਾਂ ਤੋਂ ਫਾਇਦਾ, ਉਹ ਤਾਂ ਬੜੇ ਘਰਾਣੇ ਵੀ ਲਈ ਜਾਂਦੇ ਨੇ। ਇੱਕ ਉਹ ਹੈ ਜਿਨ੍ਹਾਂ ਕੋਲ ਇੰਜਣ ਚਲਾਉਣ ਜੋਗਾ ਵੀ ਔਖਾ, ਕਿ ਡੀਜ਼ਲ ਤਾਂ ਮਹਿੰਗਾ ਹੋਈ ਜਾਂਦਾ। ਇਸੇ ਤਰ੍ਹਾਂ ਜਦੋਂ ਮੈਂ ਸ਼ਹਿਰੀ ਵਰਗ, ਪਰਿਵਾਰਕ ਵਰਗ ਘਰਾਂ 'ਚ ਦੇਖਦਾ ਤਾਂ ਇੰਡਸਟਰੀਲਿਸਟ ਨੂੰ ਵੀ ਫਾਇਦਾ ਮਿਲ ਰਿਹਾ ਤੇ ਘਰੇਲੂ ਬਿਜਲੀ ਤੇ। ਪਰ ਗੱਭੇ ਇੱਕ ਦੁਕਾਨਦਾਰ ਫਸਿਆ, ਕੀ ਉਹਨੂੰ ਵੀ ਕੋਈ ਸਬਸਿਡੀ ਮਿਲਦੀ ਹੈ, ਜਾਂ ਉਸੇ ਤਰ੍ਹਾਂ ਇੰਜਨ ਵਾਲੇ ਨੂੰ ਵੀ ਕੋਈ ਸਬਸਿਡੀ ਮਿਲਦੀ ਹੈ? ਉਹ ਤਾਂ ਮੈਂ ਤੁਹਾਨੂੰ ਇਹੀ ਕਿਹਾ ਕਿ ਉਹ ਤਾਂ ਬਿਲਕੁਲ ਬਾਹਰ ਹੈ ਉਸ ਤੋਂ, ਕੱਲਾ ਉਹੀ ਸੈਕਸ਼ਨ ਇੱਕ ਬਾਹਰ ਰਹਿ ਗਿਆ, ਬਾਕੀ ਤਾਂ ਸਾਰਿਆਂ ਨੂੰ ਮਿਲ ਹੀ ਰਹੀ ਹੈ, ਕੁਛ ਨਾ ਕੁਛ ਮਿਲ ਰਿਹਾ। ਮੋਟਰ ਨਹੀਂ, ਉਹ ਵੀ ਬਾਹਰ ਹੈ। ਨਹੀਂ, ਅਸੀਂ ਜਦੋਂ ਹਮੀਰ ਭਾਜੀ ਨੇ ਵੀ ਬਹੁਤ ਸਾਰੇ ਜਿਹੜੇ ਸੁਸਾਈਡ ਕੇਸਿਸ ਦੀ ਕੀਤੀ ਹੈ, ਫਾਰਮਰ ਸੁਸਾਈਡ ਕੀਤੀ, ਮੈਂ ਵੀ 100 ਘਰਾਂ 'ਚ ਗਿਆ ਸੀ ਉਦੋਂ ਸਭ ਤੋਂ ਵੱਡਾ ਇੱਕ ਇਹ ਵੀ ਫੈਕਟਰ ਆਇਆ ਸੀ ਉਹਦੇ ਵਿੱਚ, ਕਿ ਉਹ ਕਹਿੰਦੇ ਵੀ ਉਦੋਂ ਮੈਨੂੰ ਯਾਦ ਹੈ ਕਿ ਉਹ 2016 ਵੇਲੇ ਇਹ ਬਾਦਲ ਗਵਰਨਮੈਂਟ ਬੜਾ ਕਲੇਮ ਕਰਦੀ ਹੁੰਦੀ ਸੀ ਕਿ ਅਸੀਂ ਆਪਣੇ 10 ਸਾਲਾਂ 'ਚ 35,000 ਕਰੋੜ ਰੁਪਏ ਦੀ ਬਿਜਲੀ ਜਿਹੜੀ ਆ ਉਹ ਫ੍ਰੀ ਦਿੱਤੀ ਹੈ। ਹਾਂ, ਫ੍ਰੀ ਦਿੱਤੀ ਹੈ। ਪਰ ਜਦੋਂ ਅਸੀਂ ਇਹੀ ਗੱਲ ਮਤਲਬ ਫੀਲਡ 'ਚ ਜਾ ਕੇ ਦੇਖਦੇ ਸੀ ਤਾਂ ਜਿਨ੍ਹਾਂ ਕੋਲ ਮੋਟਰ ਹੈ ਹੀ ਨਹੀਂ, ਉਹਨਾਂ ਦੇ ਤਾਂ 3-3 4-4 ਗੁਣਾ ਬੋਝ ਪੈ ਗਿਆ। ਉਹ ਕਿਵੇਂ, ਉਹ ਕੀ ਹੈ ਕਿ ਹੁਣ ਉਹਦੇ ਕੋਲ ਤਾਂ ਹੈ ਨਹੀਂ, ਤਾਂ ਉਹ ਗਵਾਂਢੀ ਤੋਂ ਲੈਂਦਾ ਹੈ। ਗਵਾਂਢੀਆਂ ਨੇ ਉਹਨਾਂ ਨੂੰ ਕਰ ਰੱਖਿਆ ਵੀ ਤੂੰ ਮੇਰਾ ਬੋਰ ਯੂਜ਼ ਕਰ ਲੈ, ਉਹ ਵੀ ਉਦੋਂ ਜਦੋਂ ਲਾਈਟ ਨਹੀਂ ਹੋਊਗੀ, ਤਾਂ ਤੂੰ ਆਪਣਾ ਕੋਈ ਟਰੈਕਟਰ, ਇੰਜਨ ਕੁਝ ਵੀ ਲਿਆ, ਇੱਥੇ ਬੋਰ ਯੂਜ਼ ਕਰ ਲੈ। ਤਾਂ ਦੇਖੋ, ਇੱਕ ਤਾਂ ਉਹ ਮਹਿੰਗੀ ਹੈ, ਡੀਜ਼ਲ ਲੈ ਕੇ ਆਊਗਾ। ਜਿਹੜੇ ਲੋਕ ਇੰਜਨ ਇਸ ਤਰ੍ਹਾਂ ਦਾ ਨਹੀਂ ਲੈ ਕੇ ਆਉਂਦੇ, ਉਹ ਫਿਰ ਕੀ ਕਰਦੇ ਆ, ਟਰੈਕਟਰ ਆਪਣੀ ਜ਼ਰੂਰਤ ਤੋਂ ਜ਼ਿਆਦਾ ਵੱਡਾ ਲੈ ਲੈਂਦੇ ਨੇ। ਮਤਲਬ ਉਹਦੀ ਜ਼ਰੂਰਤ ਛੋਟੇ ਟਰੈਕਟਰ ਨਾਲ ਵੀ ਸਰ ਸਕਦਾ ਸੀ, ਪਰ ਕਿਉਂਕਿ ਫਿਰ ਉਹ ਪਾਣੀ ਇੰਨੇ ਡੂੰਘੇ ਨੇ, ਉਹ ਖਿੱਚਦਾ ਨਹੀਂ ਪਾਣੀ, ਤਾਂ ਉਹ ਟਰੈਕਟਰ ਹੀ ਵੱਡੇ ਲੈ ਲੈਂਦੇ ਆ। ਤਾਂ ਉਹ ਟਰੈਕਟਰ ਫਿਰ ਇੱਕ ਤਾਂ ਐਡੀਸ਼ਨਲ ਉਹਦਾ ਵੀ ਬੋਝ ਆ ਗਿਆ। ਤਾਂ ਇਸ ਤਰ੍ਹਾਂ ਦੇ ਕਈ, ਜੇ ਤੁਸੀਂ ਉਹਨੂੰ ਸਾਰਿਆਂ ਨੂੰ ਕੈਲਕੂਲੇਟ ਕਰੋ ਨਾ, ਤਾਂ ਉਹਨੂੰ ਤਾਂ ਉਹ ਜਿਹੜੀ ਮੁਫਤ ਬਿਜਲੀ ਹੈ ਉਹ ਬਹੁਤ ਮਹਿੰਗੀ ਮਿਲਦੀ ਹੈ। ਤਾਂ ਜਿਹੜੀ ਭਾਈ ਨੇ ਗੱਲ ਕੀਤੀ ਹੈ ਕਿ ਉਹ ਰੈਸ਼ਨਲਾਈਜ਼ ਹੋਣੀ ਚਾਹੀਦੀ ਸੀਗੀ, ਤਾਂ ਅਸੀਂ ਕੋਈ ਏਦਾਂ ਦਾ ਫਾਰਮੂਲਾ ਵੀ ਨਹੀਂ ਕੀਤਾ ਹੋਇਆ ਵੀ ਯਾਰ ਪਰ ਏਕੜ ਦੇ ਹਿਸਾਬ ਨਾਲ ਦੇ ਦਿਓ, ਤਾਂ ਪਰ ਏਕੜ ਦੇ ਹਿਸਾਬ ਨਾਲ ਦੇ ਦਿਓ, ਤੇ ਯਾਰ ਕੁਛ ਨਾ ਕੁਛ ਤਾਂ ਸਾਰਿਆਂ ਨੂੰ ਦੋ ਨਾ, ਕੁਛ ਪੈਸੇ, ਚਾਹੇ ਜਿਨ੍ਹਾਂ ਕੋਲ ਨਹੀਂ ਹੈ ਉਹਨੂੰ ਡਾਇਰੈਕਟ ਸਬਸਿਡੀ ਦਿਓ, ਫਿਰ ਉਹਨਾਂ ਦੇ ਖਾਤੇ 'ਚ ਪਾਓ ਕੁਛ ਨਾ ਕੁਛ ਤਾਂ। ਲੇਕਿਨ ਇਸ ਤਰ੍ਹਾਂ ਦਾ ਵੀ ਕੋਈ ਫਾਰਮੂਲਾ ਨਹੀਂ ਹੈਗਾ। ਵੀ ਕੋਈ ਤਰਕ ਸੰਗਤ ਚੀਜ਼ ਤਾਂ ਕਰਨੀ ਚਾਹੀਦੀ ਹੈ। ਉਹਦੇ ਫਾਰਮੂਲੇ ਕੀ ਹੋਣਗੇ, ਉਹ ਤੁਸੀਂ ਬੈਠ ਕੇ ਡਿਸਕਸ ਕਰ ਸਕਦੇ ਹੋ ਵੀ ਯਾਰ ਵੀ ਆਪਣੇ ਕੋਲ ਵੀ ਆਪਾਂ ਸਪੋਜ਼ 1000 ਕਰੋੜ ਦੀ ਸਬਸਿਡੀ ਦੇਣੀ ਹੈ, ਪਰ ਦੇਣੀ ਇੰਨੇ ਬੰਦਿਆਂ ਨੂੰ, ਉਹਦਾ ਫਾਰਮੂਲਾ ਕੀ ਹੋਊਗਾ ਉਹ ਤੈਅ ਹੋ ਜਾਂਦਾ। ਜਿਵੇਂ ਕ੍ਰਾਸ ਸਬਸਿਡੀ ਦੀ ਗੱਲ ਕੀਤੀ ਹੈ, ਉਹ ਇੱਕ ਫਾਰਮੂਲਾ ਹੀ ਸੀ ਨਾ। ਇਸ ਤਰ੍ਹਾਂ ਦੇ ਫਾਰਮੂਲੇਸ ਤੇ ਵੀ ਕੋਈ ਗੱਲ ਨਹੀਂ ਹੋ ਰਹੀ। ਨਹੀਂ, ਹਮੀਰ ਭਾਜੀ ਕਹਿੰਦੇ ਪਰ ਏਕੜ ਦੇ ਹਿਸਾਬ ਨਾਲ ਵੀ ਨਹੀਂ ਤੈਅ ਹੋ ਰਿਹਾ, ਪਰ ਜਿਨ੍ਹਾਂ ਨੂੰ ਮਿਲ ਰਹੀ ਹੈ, ਮੁਫਤ ਮਿਲ ਰਹੀ ਹੈ, ਕੀ ਮੁਫਤ ਦੇ ਚੱਕਰ 'ਚ ਪਾਣੀ ਵੀ ਵੱਧ ਨਿਕਲਦਾ, ਬਿਜਲੀ ਵੀ ਬੇਫਾਲਤੂ ਫੁੱਕਦੀ ਹੈ ਤੇ ਮੋਟਰਾਂ ਵੀ ਬੇਫਾਲਤੂ ਚੱਲਦੀਆਂ, ਇਦਾਂ ਦਾ ਵੀ ਕੋਈ? ਉਹ ਤਾਂ ਬਿਨਾਂ ਸ਼ੱਕ ਹੋਏਗਾ। ਪੰਜਾਬ ਦੇ ਵਿੱਚ ਘਰੇਲੂ ਬਿਜਲੀ 2 ਮਹੀਨਿਆਂ ਨੂੰ ਛੱਡ ਕੇ ਬਾਕੀ ਸਾਰੇ ਕਿਤੇ 300 ਯੂਨਿਟਾਂ ਤੋਂ ਵੱਧ ਵਾਲੇ ਘਰ ਹੈਗੇ ਨਹੀਂ ਸੀ ਬਹੁਤੇ, ਹੈ ਨਾ। ਹੁਣ ਉਹ ਸਗੋਂ 300 ਤੇ ਜਾਣ ਦੀ ਕੋਸ਼ਿਸ਼ ਕਰ ਰਹੇ, ਮਤਲਬ ਜਿਹੜੇ 200 ਦੇ ਦਾਇਰੇ 'ਚ ਆਉਂਦੇ ਸੀ, ਹੁਣ 300 ਤੱਕ 300 ਤੱਕ ਵਧਣ ਦੇ ਚਾਂਸ ਨੇ ਵੀ ਚੱਲ ਮੁਫਤ ਹੈ, ਚੱਲ ਹੋਰ ਕਰ ਲਓ, ਉਹਦੀ ਸਬਸਿਡੀ ਹੋਰ ਜ਼ਿਆਦਾ ਹੋਣ ਦੀ ਸੰਭਾਵਨਾ। ਔਰ ਬਿਨਾਂ ਸ਼ੱਕ ਜਿਹੜੇ ਇਵਨ ਖੇਤੀ 'ਚ ਵੀ ਨੇ, ਖੇਤੀਬਾੜੀ ਦੇ ਵਿੱਚ ਵੀ ਆਟੋਮੈਟਿਕਲੀ ਜਿਹੜੀ ਚੀਜ਼ ਫਰੀ ਹੁੰਦੀ ਹੈ, ਮੁਫਤ ਹੁੰਦੀ ਹੈ ਨਾ, ਉਹਦੇ ਨਾਲ ਇੰਨਾ ਕੁ ਫਰਕ ਤਾਂ ਪੈਂਦਾ ਹੈ। ਥੋੜਾ ਲਿਬਰਲੀ ਯੂਜ਼ ਕਰਨਾ ਸ਼ੁਰੂ ਕਰ ਦਿੰਦਾ ਬੰਦਾ, ਉਦਾਰ ਤਰੀਕੇ ਨਾਲ ਵੀ ਕੋਈ ਗੱਲ ਨਹੀਂ ਲੱਗੀ ਹੋਈ ਹੈ, ਇਹਨੂੰ ਆਪਾਂ ਕੀ ਬੰਦ ਕਰਨਾ ਹੈ ਜਾਂ ਇਹਦਾ ਨਾਲ ਨਹੀਂ ਕਰਨਾ, ਉਹਦਾ ਅਸਰ ਫਿਰ ਸਿੱਧੇ ਤੌਰ ਦੇ ਉੱਤੇ ਸਾਰੀਆਂ ਚੀਜ਼ਾਂ ਤੇ ਪੈਂਦਾ। ਔਰ ਉਹਦਾ ਤੇ ਆਪਣੇ ਤੇ ਵੀ ਪੈਂਦਾ, ਸਰਕਾਰੀ ਖਜ਼ਾਨੇ ਤੇ ਵੀ ਪੈਂਦਾ। ਸਰਕਾਰ ਕਿੱਥੋਂ ਲਿਆਉਂਦੀ ਹੈ? ਲੋਕਾਂ ਦਾ ਹੀ ਪੈਸਾ ਹੈ, ਮਤਲਬ ਟੈਕਸ ਤਾਂ ਉਹੀ ਚੀਜ਼ਾਂ ਜਿਹੜੀਆਂ ਨੇ, ਜਿਹੜਾ ਜੇ ਤੁਹਾਡੇ ਕੋਲ ਬਚੇ ਪੈਸਾ ਉਹ ਸਿੱਖਿਆ ਤੇ ਕਿਉਂ ਨਹੀਂ ਲੱਗ ਸਕਦਾ? ਉਹਨਾਂ ਦੀਆਂ ਫੀਸਾਂ ਮਾਫ ਕਰ ਦਿਓ ਭਾਈ ਸਾਹਿਬ, ਬੱਚੇ ਪੜ੍ਹ ਲੈਣ, ਅਗਲੀ ਪੀੜ੍ਹੀ ਵੱਡੇ ਪੱਧਰ ਤੇ। ਇਲਾਜ ਨਹੀਂ ਹੁੰਦਾ ਹੁਣ ਸਰਕਾਰੀ ਹਸਪਤਾਲ ਦੇ ਵਿੱਚ, ਤਾਂ ਦਵਾਈਆਂ ਹੀ ਨਹੀਂ ਮਿਲ ਰਹੀਆਂ ਅੱਜ ਕੱਲ, ਕੋਈ ਪੰਬਾ ਮਿਲੇ ਨਾ, ਟੀਕਾ ਨਹੀਂ, ਕੁਝ ਨਹੀਂ ਮਿਲ ਰਿਹਾ, ਸਾਰੀਆਂ ਬਾਹਰੋਂ ਨਿਕਲਦੇ ਹੋ। ਪ੍ਰਾਈਵੇਟ ਹਸਪਤਾਲ ਵਾਲੇ ਉਹ ਕੱਪੜੇ ਲਾ ਲੈਂਦੇ ਨੇ ਬੰਦੇ ਦੇ, ਤੇ ਤੁਸੀਂ ਕੀ ਕਰੋਗੇ? ਜਿਹੜੀਆਂ ਮੁੱਢਲੀਆਂ ਬੇਸਿਕ ਲੋੜਾਂ ਨੇ, ਠੀਕ ਹੈ, ਬਿਜਲੀ ਵੀ ਉਹਦੇ ਚ ਲੋੜ ਹੈ, ਪਰ ਉਦੋਂ ਵੀ ਜ਼ਰੂਰੀ ਜਿਹੜੀ ਸਿੱਖਿਆ, ਸਿਹਤ, ਜਿਹਦੇ ਤੇ ਖਾਸ ਤੌਰ ਤੇ ਸਰਕਾਰ ਬਣੀ, ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਇਹ ਕਰਾਂਗੇ, ਇਹੋ ਜੀ ਸਰਕਾਰ ਨੂੰ ਤਾਂ ਘੱਟੋ ਘੱਟ ਉਧਰ ਧਿਆਨ ਜ਼ਿਆਦਾ ਦੇਣਾ ਚਾਹੀਦਾ ਸੀ ਨਾ। ਇਹ ਇਕੱਲਾ ਬਿਜਲੀ ਹੈ, ਵੋਟ ਕਿਉਂ? ਮੈਂ ਕਹਿੰਦਾ ਤੁਸੀਂ ਕਹਿੰਦੇ 1000 ਰੁਪਇਆ ਹਰ ਔਰਤ ਨੂੰ ਦਿਆਂਗੇ, ਹਰ ਔਰਤ ਲਈ ਸਫ਼ਰ ਫ੍ਰੀ ਹੋਏਗਾ। ਜਿਹੜਾ 2 ਲੱਖ ਜੇਬ ਚ ਪਾਉਂਦਾ, ਮਤਲਬ ਸ਼ਾਮ ਨੂੰ ਮਹੀਨੇ ਨੂੰ, ਉਹਨੂੰ ਵੀ ਤੁਸੀਂ ਸਫ਼ਰ ਫ੍ਰੀ, ਤੇ ਜਿਹੜਾ ਗਰੀਬ ਆ ਉਹਨੂੰ ਵੀ ਸਫ਼ਰ, ਤੁਸੀਂ ਸਭ ਦਾ ਬੰਦ ਕਰ ਦੋਗੇ ਸਾਲ 2 ਸਾਲ ਬਾਅਦ। ਇਹਦੀ ਬਜਾਏ ਤੁਸੀਂ ਇੱਕ ਦਾਇਰਾ ਰੱਖੋ, ਜਿਹਦੀ ਜੇਬ ਨਹੀਂ ਅਲਾਉ ਕਰਦੀ, ਜਿਹਨੂੰ ਤੁਸੀਂ ਰੁਜ਼ਗਾਰ ਨਹੀਂ ਦੇ ਸਕਦੇ, ਜਿਹਨੂੰ ਤੁਸੀਂ ਬਾਕੀ ਚੀਜ਼ਾਂ ਨਹੀਂ, ਉਹਨੂੰ ਸਹੂਲਤਾਂ ਦੇਣ ਦਾ ਸਵਾਲ ਹੈ। ਭਾਈ ਉਹਨੂੰ ਕੈਲਕੂਲੇਟ ਕਰਕੇ ਦੇਖੋ ਨਾ, ਅੱਜ ਦੀ ਡੇਟ ਜਿਹੜੀ ਭਾਈ ਨੇ ਗੱਲ ਕੀਤੀ ਹੈਗੀ ਹੈ, 54 ਕਰੋੜ ਰੁਪਇਆ ਡੇਲੀ ਦੀ ਸਬਸਿਡੀ ਜਾ ਰਹੀ ਹੈ ਬੱਸਾਂ ਨੂੰ। ਨਾ ਇਹਦੀ ਬਿਜਲੀ ਦੀ 54 ਕਰੋੜ ਰੁਪਇਆ ਡੇਲੀ ਦਾ ਹੋ ਗਿਆ। ਮਤਲਬ ਜੇ ਤੁਸੀਂ ਹੁਣ ਭਾਜੀ ਕਹਿ ਰਹੇ ਕਿ ਬਈ ਜੇ ਤੁਹਾਨੂੰ ਹਸਪਤਾਲ 'ਚ ਦਵਾਈਆਂ ਹੀ ਨਹੀਂ ਮਿਲ ਰਹੀਆਂ,
ਜੇ ਐਟਲੀਸਟ ਅਸੀਂ ਇਹਨੂੰ ਕੰਟਰੋਲ ਕਰ ਲੈਂਦੇ ਜਾਂ ਕੁਝ ਘਟਾ ਲੈਂਦੇ, ਕੁਝ ਵੀ ਕਰ ਲੈਂਦੇ, ਤਾਂ ਇਹ ਦਿੱਤਾ ਜਾ ਸਕਦਾ ਸੀ ਨਾ ਉਧਰ ਵੀ। ਹੁਣ ਜਾਂ ਐਜੂਕੇਸ਼ਨ ਹੀ ਹੈ ਸਾਡੇ ਕੋਲ, ਹੁਣ ਅਸੀਂ ਟੀਚਰ ਨਹੀਂ ਭਰਤੀ ਕਰਦੇ ਇਸ ਕਰਕੇ ਵੀ ਯਾਰ ਅਲਾਓ ਨਹੀਂ ਕਰਦਾ ਖਜ਼ਾਨਾ, ਹੈ ਨਾ, ਤਾਂ ਤੁਸੀਂ ਘੱਟੋ ਘੱਟ ਇਹ ਉਧਰ ਦੇ ਦਿੰਦੇ ਖਜ਼ਾਨਾ ਫੂਕ ਕੌਣ ਰਿਹਾ? ਹਾਂ, ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਘੱਟੋ ਘੱਟ ਤਰਸ ਕਰਨ ਵਾਲੀਆਂ। ਇੰਦਰਪ੍ਰੀਤ ਜੀ ਇਹੀ ਜਾਣਨਾ ਚਾਹੁੰਦਾ ਕਿ ਅਸਲ 'ਚ ਸਹੀ ਮਾਇਨੇ 'ਚ ਇਸੇ ਹਵਾਲੇ ਨਾਲ ਕਿ ਕਿੰਨਾ ਸਿੱਧਾ ਬੋਝ ਪੈ ਰਿਹਾ, ਆਰਥਿਕ ਬੋਝ, ਔਰ ਦੂਸਰਾ ਇਹਦੇ ਵਿੱਚ ਬਿਜਲੀ ਦੀ ਉਪਲਬਧਤਾ ਕਿੱਥੇ ਹੈ? ਕਿਉਂਕਿ ਸੁਖਬੀਰ ਬਾਦਲ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਉਸ ਹਿਸਾਬ ਨਾਲ ਜੇ ਦੇਖੀਏ ਤਾਂ ਸੁਖਬੀਰ ਬਾਦਲ ਤਾਂ ਕਹਿੰਦਾ ਸੀ ਕਿ ਪਾਕਿਸਤਾਨ ਨੂੰ ਵੇਚਣੀਆਂ ਸੀ। ਕੀ ਉਸ ਸਥਿਤੀ 'ਚ ਆ ਗਿਆ? ਬਿਜਲੀ ਲਿਆਉਣੀ ਕਿਸ ਸਥਿਤੀ 'ਚ ਖੜੀ ਆ? ਪੰਜਾਬ ਕੋਲ ਕਿੰਨੀ ਬਿਜਲੀ ਆ ਔਰ ਕਿੰਨੀ ਅਸੀਂ ਦੇ ਰਹੇ ਹਾਂ, ਤੇ ਕਿੱਥੇ ਸਾਡੀ ਖਰਚਾ ਦੋਵੇਂ ਪਾਸੇ ਤਾਂ ਨਹੀਂ ਵੱਧ ਰਿਹਾ? ਲੋਕਾਂ ਨੂੰ ਵੀ ਅਸੀਂ ਇਸ ਮੁਫਤ ਦੇ ਚੱਕਰ 'ਚ ਖਰਚਾ ਕਰੀ ਜਾਈਏ ਤੇ ਖਰੀਦਣ 'ਚ ਵੀ ਖਰਚਾ ਕਰੀ ਜਾਈਏ। ਨਹੀਂ, ਅਸਲ 'ਚ ਸਾਡੀ ਪ੍ਰੋਬਲਮ ਪੰਜਾਬ ਦੀ ਨਾ ਬੜੀ ਅਜੀਬ ਹੈ। ਸਾਨੂੰ ਤਾਂ ਸਿਰਫ 2 ਜਾਂ 3 ਮਹੀਨੇ ਹੀ ਐਡੀਸ਼ਨਲ ਬਿਜਲੀ ਚਾਹੀਦੀ ਹੈ ਜਦੋਂ ਅਸੀਂ ਪੈਡੀ ਸ਼ੋ ਕਰਦੇ ਹਾਂ। ਹਾਂ, ਬਾਕੀ ਤਾਂ ਸਾਡੀ ਮਤਲਬ 7-8 ਮੈਗਾਵਾਟ ਦੇ ਆਸ-ਪਾਸ ਹੀ ਖੜੀ ਰਹਿੰਦੀ ਹੈ, ਠੀਕ ਹੈ। ਲੇਕਿਨ ਜਦੋਂ ਆ ਹੁੰਦੇ ਨੇ ਇਹ ਇੱਕਦਮ ਫਿਰ 14-15 ਐਤਕੀ ਤਾਂ 15 ਤੱਕ ਟੱਚ ਕਰ ਗਈ, ਤਾਂ ਦੇਖੋ ਇਹ ਤਾਂ ਹੁਣ ਹਰ ਸਾਲ ਫਿਰ ਵਧੀ ਜਾਣੀ ਹੈ। ਤਾਂ ਉਹ ਅਸੀਂ ਨਾ ਤਾਂ ਉਧਰ ਕੋਈ ਕੰਟਰੋਲ ਕਰ ਪਾ ਰਹੇ ਹਾਂ ਵੀ ਚਲੋ ਹੋਰ ਨਹੀਂ ਤਾਂ ਪੈਡੀ ਦਾ ਰਕਬਾ ਹੀ ਘਟਾਉਣ ਦੇ ਉੱਤੇ ਕੋਸ਼ਿਸ਼ ਕਰ ਲਓ, ਉਹ ਪੈਸਾ ਅਲਟਰਨੇਟਿਵ ਕ੍ਰੌਪਸ ਤੇ ਲਗਾ ਲਓ, ਉਹ ਵੀ ਅਸੀਂ ਕਰ ਨਹੀਂ ਪਾ ਰਹੇ। ਈਵਨ ਮੈਂ ਦੇਖਿਆ ਵੀ ਚਲੋ ਹਰਿਆਣੇ ਨੇ ਇਸ ਪਾਸੋਂ ਕੰਮ ਸ਼ੁਰੂ ਕੀਤਾ, ਉਹ 7-8 ਹਜ਼ਾਰ ਰੁਪਏ ਜਿਹੜਾ ਹੈਗਾ ਪੈਡੀ ਜਿਹੜੇ ਨਹੀਂ ਲਗਾਉਂਦੇ ਉਹਨਾਂ ਨੂੰ ਡਾਇਰੈਕਟਲੀ ਦੇ ਦਿੰਦੇ ਆ। ਝੋਨਾ ਨਹੀਂ ਬੀਜੋਗੇ, ਚਲੋ ਕੁਛ ਤਾਂ ਬਚੇ, ਪਾਣੀ ਬਚੇ ਸਾਡਾ, ਚਾਹੇ ਮਤਲਬ ਦੋਨਾਂ ਚੋਂ ਇੱਕ ਚੀਜ਼ ਤਾਂ ਜਾਏਗੀ ਨਾ, ਜਾਂ ਤਾਂ ਬਿਜਲੀ, ਇੱਧਰ ਤਾਂ ਹੁਣ ਬਿਜਲੀ ਵੀ ਜਾਈ ਜਾ ਰਹੀ ਹੈ, ਪੈਸਾ ਵੀ ਜਾਈ ਜਾ ਰਿਹਾ, ਉੱਥੇ ਘੱਟੋ ਘੱਟ ਪਾਣੀ ਤਾਂ ਐਟਲੀਸਟ ਸੇਵ ਕਰਨਗੇ ਨਾ, ਜੇ ਮਤਲਬ ਚਾਹੇ ਜਿੰਨਾ ਵੀ ਕਰ ਲੈਣ ਅਲਟਰਨੇਟਿਵ ਕ੍ਰੌਪਸ ਤੇ ਜਾਣਗੇ ਤਾਂ ਕੁਛ ਨਾ ਕੁਛ ਤਾਂ ਸੇਵ ਸਾਡਾ ਹੋਏਗਾ। ਅਸੀਂ ਉਧਰ ਵੀ ਨਹੀਂ ਜਾ ਪਾ ਰਹੇ। ਇਸੇ ਤਰ੍ਹਾਂ ਹੀ ਹੁਣ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਪੈਦਾਵਾਰ ਜਿਹੜੀ ਉਤਪਾਦਨ ਹੈ ਬਿਜਲੀ ਦਾ, ਹੁਣ ਅਸੀਂ ਬਠਿੰਡੇ ਵਾਲਾ ਥਰਮਲ ਪਲਾਂਟ ਬੰਦ ਕਰਤਾ, ਰੋਪੜ ਵਾਲਾ ਲਗਭਗ 2-3 ਯੂਨਿਟ ਰਹਿ ਗਏ ਉਹਦੇ ਹੁਣ, ਕਿਉਂਕਿ ਸਾਡੇ ਕੋਲੇ ਜਿਹੜੇ ਪ੍ਰਾਈਵੇਟ ਵਾਲੇ ਹੈਗੇ ਆ, ਜਦੋਂ ਅਸੀਂ ਇਹਨਾਂ ਦੀ ਬਿਜਲੀ ਨਹੀਂ ਖਰੀਦਾਂਗੇ ਤਾਂ ਸਾਨੂੰ ਇਹਨਾਂ ਦੇ ਬਿਨਾਂ ਖਰੀਦਣ ਤੇ ਵੀ ਪੈਸੇ ਦੇਣੇ ਪੈਣੇ ਆ। ਕੁਝ ਜਿਹੜੇ ਅਸੀਂ ਸੋਲਰ એનર્ਜੀ ਵਾਲੇ ਲਗਾਏ ਨੇ, ਉਹ ਚ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਕਿ ਇਹਨਾਂ ਤੋਂ ਖਰੀਦਣੀ ਤਾਂ ਮਸਟ ਹੈ, ਮਤਲਬ ਅਸੀਂ ਉਹਨਾਂ ਨੂੰ ਇਨਕਾਰ ਨਹੀਂ ਕਰ ਸਕਦੇ। ਉਹ ਜਿਹੜੇ ਪਹਿਲਾਂ ਲੱਗੇ ਹੋਏ ਨੇ ਉਹ ਕਈ ਬਹੁਤ ਮਹਿੰਗੇ ਨੇ, 12-12 13-13 ਰੁਪਏ ਯੂਨਿਟ ਵੀ ਅਸੀਂ ਖਰੀਦ ਰਹੇ ਹਾਂ। ਜਿਹੜਾ ਅਸੀਂ ਇੱਕ ਵਾਰ ਇਹਨਾਂ ਤੋਂ ਡਾਟਾ ਲਿੱਤਾ ਸੀ ਤਾਂ 12-12 13-13 ਰੁਪਏ ਪਰ ਯੂਨਿਟ ਵੀ ਹੈ। ਹੁਣ ਉਹ ਕਲੇਮ ਕਰੀ ਜਾਂਦੇ ਵੀ ਇਹ 2 ਰੁਪਏ 35 ਪੈਸੇ ਆ ਗਿਆ ਇਹੀ ਸੋਲਰ ਵਾਲਾ, ਲੇਕਿਨ ਪਹਿਲਾਂ ਵਾਲੇ ਤਾਂ ਜਿਹੜੇ ਮਹਿੰਗੇ ਨੇ। ਹੁਣ ਜਿਹੜੇ ਉਹੀ 1000 ਮੈਗਾਵਾਟ ਦੀ ਜਿਹੜੀ ਖਰੀਦਣੀ ਹੈ ਨਾ, ਉਹ ਜਦੋਂ ਉਹਨਾਂ ਤੋਂ ਖਰੀਦਣੀ ਮਸਟ ਹੈ, ਮਤਲਬ ਉਹ ਲੈਣੀ ਹੈ, ਤਾਂ ਫਿਰ ਉਹ ਜਾਂ ਤਾਂ ਪ੍ਰਾਈਵੇਟ ਵਾਲੇ ਤੋਂ ਫਿਰ ਬੰਦ ਕਰਨੀ ਪੈਂਦੀ ਹੈ। ਫਿਰ ਜਦੋਂ ਪ੍ਰਾਈਵੇਟ ਵਾਲੇ ਬੰਦ ਕਰੋਗੇ ਤਾਂ ਬਿਨਾਂ ਚੱਲੇ ਤੋਂ ਵੀ ਉਹਨੂੰ ਪੈਸੇ ਦੇਣੇ ਪੈਣਗੇ। ਤਾਂ ਇਸ ਤਰ੍ਹਾਂ ਦੀ ਨਾ ਕਈ ਚੀਜ਼ਾਂ ਉਲਝ ਗਈਆਂ, ਤਾਣੀਆਂ ਉਲਝੀ ਜਾ ਰਹੀਆਂ ਨੇ, ਸੁਲਝਣ ਦੀ ਬਜਾਏ ਉਲਝੀ ਜਾ ਰਹੀਆਂ ਨੇ। ਹਮੀਰ ਭਾਜੀ, ਤਾਣੀ ਉਲਝਦੀ ਜਾ ਰਹੀ ਹੈ। ਗੱਲ ਥਰਮਲ ਪਲਾਂਟਾਂ ਦੀ ਕਰੇ ਲਈ ਤੇ ਮੈਂ ਥਰਮਲ ਪਲਾਂਟਾਂ ਵਾਲਾ ਸਵਾਲ ਵੀ ਜਾਣ ਲੈਣਾ ਕਿ ਥਰਮਲ ਪਲਾਂਟਾਂ ਨੂੰ ਲੈ ਕੇ ਬਹੁਤ ਪੰਜਾਬ ਸਿਆਸਤ ਚੱਲੀ ਕਿ ਜੀ ਆਉਂਦੇ ਹੀ ਕੈਪਟਨ ਅਮਰਿੰਦਰ ਉਹਨਾਂ ਦੀ ਸਰਕਾਰ ਕਹਿੰਦੀ ਸੀ ਆਉਂਦੇ ਹੀ ਅਸੀਂ ਥਰਮਲ ਪਲਾਂਟ ਬੰਦ ਕਰ ਦਾਂਗੇ, ਪ੍ਰਾਈਵੇਟ ਥਰਮਲ ਪਲਾਂਟਾਂ ਨੇ ਪੰਜਾਬ ਲੁੱਟ ਲਿਆ। ਤੇ ਉਹ ਤੋਂ ਬਾਅਦ ਸਰਕਾਰ ਵੀ ਆ ਕੇ ਚਲੀ ਗਈ, ਮੁੱਖ ਮੰਤਰੀ ਵੀ ਦੋ ਆ ਕੇ ਚਲੇ ਗਏ, ਪਰ ਥਰਮਲ ਪਲਾਂਟ ਚੱਲੀ ਜਾਂਦੇ ਨੇ ਤੇ ਹੁਣ ਵਾਲੇ ਤਾਂ ਬੋਲਦੇ ਨਹੀਂ ਉਸ ਮਸਲੇ ਤੇ। ਕੀ ਇਹ ਮੁੱਦਾ ਮਰ ਗਿਆ ਜਾਂ ਇਹ ਮੁੱਦਾ ਸੀ ਨਹੀਂ? ਅਸਲ 'ਚ ਮੁੱਦਾ ਨਹੀਂ ਮਰਦਾ, ਮੈਨੂੰ ਲੱਗਦਾ ਮੁੱਦਾ ਮਾਰ ਦਿੱਤਾ ਜਾਂਦਾ। ਆਪਦੇ ਆਪ ਮੁੱਦਾ ਤਾਂ ਉੱਥੇ ਹੀ ਖੜਾ, ਉਹ ਉੱਥੇ ਹੀ ਉਹ ਸਮੱਸਿਆ ਖੜੀ ਹੈ ਤੇ ਸਾਰਾ ਕੁਝ ਹੈ। ਉਹਦਾ ਕਾਰਨ ਇਹ ਹੈ ਤੇ ਵੋਟ ਤੋਂ ਬਿਨਾਂ ਸਾਡੇ ਪੋਲੀਟੀਸ਼ੀਅਨ ਨੂੰ ਕੁਝ ਸਮਝਦਾ ਹੀ ਨਹੀਂ ਆਉਂਦਾ। ਔਰ ਤੁਹਾਡੇ ਸਾਹਮਣੇ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਮਾਮਲਾ ਵੀ ਜਿਹੜਾ ਹੈ, ਔਰ ਖਾਸ ਤੌਰ ਤੇ ਜਿਹੜੇ ਅੱਜ ਕੱਲ੍ਹ ਲੋਕ ਸੰਪਰਕ ਮੰਤਰੀ ਨੇ, ਤੇ ਇਹ ਇੰਨੀ ਜਾ ਕੇ ਦਸਤਾਵੇਜ਼ ਲੈ ਕੇ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਕਿ ਜੀ ਦੇਖੋ ਇਹ ਬੰਦ ਕਰੇ ਬਿਨਾਂ ਚਾਰਾ ਹੀ ਨਹੀਂ। ਖੁਦ ਭਗਵੰਤ ਮਾਨ ਜਗ੍ਹਾ ਜਗ੍ਹਾ ਘੁੰਮ ਕੇ ਬਿੱਲ ਪਾੜ ਦਿੰਦੇ ਸੀ ਲੋਕਾਂ ਦੇ, ਬਾਕੀ ਚੀਜ਼ਾਂ ਕਰਦੇ ਸੀ ਕਿ ਦੇਖੋ ਇਹ ਥਰਮਲ ਬੰਦ ਹੋਣੇ ਚਾਹੀਦੇ ਨੇ। ਸਾਡੇ ਕੋਲ ਇਲਾਜ ਹੈ, ਜਿਵੇਂ ਕੇਜਰੀਵਾਲ ਕਹਿ ਰਿਹਾ ਨਾ ਕਿ ਚਾਹ ਦੇ ਕੱਪ ਤੇ ਮੈਨੂੰ ਮੋਦੀ ਬੁਲਾ ਲੇ, ਮੇਰੇ ਕੋਲ SYL ਦਾ ਵੀ ਇਲਾਜ ਹੈ, ਉਵੇਂ ਹੀ ਇਲਾਜ ਦਿੰਦੇ ਫਿਰਦੇ ਸੀ ਬਿਜਲੀ ਦਾ ਪਹਿਲਾਂ ਵੀ, ਆ ਇਹਨਾਂ ਦਾ ਵੀ ਸਾਡੇ ਕੋਲ ਇਲਾਜ ਹੈ ਜਿਹੜਾ ਵੀ ਹੈ। ਪਰ ਕੁਐਸਚਨ ਇਹ ਪੈਦਾ ਹੋ ਰਿਹਾ ਕਿ ਹੁਣ ਤੁਸੀਂ ਖਾਮੋਸ਼ ਕਿਉਂ? ਉਹ ਸਾਰੇ ਤੰਤਰ ਦੀ ਗੱਲ ਵੀ ਕਿਉਂ ਨਹੀਂ ਕਰਦੇ? ਕਿਤੇ ਇਹੋ ਜਿਹਾ ਮਾਮਲਾ ਤਾਂ ਨਹੀਂ ਕਿ ਪੰਜਾਬ ਚ ਆ ਗਏ, ਉੱਥੇ ਪਹਿਲਾਂ ਤੁਸੀਂ ਦਿੱਲੀ ਤੋਂ ਲੈ ਕੇ ਇੱਥੇ ਤੱਕ ਆਏ ਲੋਕਪਾਲ ਦੇ ਨਾਂ ਤੇ। ਲੋਕਪਾਲ ਕਿੱਧਰ ਗਿਆ? ਡਸਟਬਿਨ ਚ ਸੁੱਟਿਆ ਪਿਆ ਨਾ ਲੋਕਪਾਲ। ਕਿਤੇ ਵੀ ਕਦੇ ਗੱਲ ਹੋ ਰਹੀ ਹੈ? ਕੋਈ ਗੱਲ ਨਹੀਂ ਹੋ ਰਹੀ। ਫਿਰ ਤੁਸੀਂ VIP ਕਲਚਰ ਖਤਮ ਕਰਨ ਤੇ ਫਿਰ ਬਾਕੀ ਤੇ ਉਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ। ਫਿਰ ਉਹ ਸਾਰਾ ਕੁਝ ਲੈ ਰਹੇ ਹੋ ਤੁਸੀਂ, ਸਾਰੀਆਂ ਚੀਜ਼ਾਂ ਆਪਣੇ ਪਰਿਵਾਰਾਂ ਨੂੰ ਵੀ ਦੇ ਰਹੇ ਹੋ, ਕੱਲਾ ਆਪਣੇ ਤੱਕ ਮਹਿਦੂਦ ਨਹੀਂ ਹੈ। ਔਰ ਇਹ ਸਾਰੀਆਂ ਗੱਲਾਂ ਦੇ ਨਾਲ ਹੁਣ ਕੀ ਹੈ, ਉਹ ਪ੍ਰਾਈਵੇਟ ਥਰਮਲ ਕੰਪਨੀਆਂ ਦੇ ਲਈ ਹੁਣ ਕੇਂਦਰ ਸਰਕਾਰ ਸਗੋਂ ਉਹਨਾਂ ਦੇ ਪੱਖ ਚ ਆ ਕੇ ਹੋਰ ਜ਼ਿਆਦਾ ਖੜ ਜੂਗੀ। ਹਾਲਾਂਕਿ ਅਮਰਿੰਦਰ ਸਿੰਘ ਵੇਲੇ ਵੀ ਤਾਂ ਨਹੀਂ ਹੋਇਆ ਕਿਉਂਕਿ ਕੁਝ ਬਿਊਰੋਕਰੇਟ ਉਹ ਚ ਫਸਦੇ ਸੀ,
ਕੁਝ ਪੋਲੀਟੀਸ਼ੀਅਨ, ਉਹੀ ਵਿੱਤ ਮੰਤਰੀ ਸੀ ਜਿਹੜਾ ਪਹਿਲਾਂ ਸੀ ਅਕਾਲੀਆਂ ਵੇਲੇ, ਉਹੀ ਵਿੱਤ ਮੰਤਰੀ ਸੀ ਜਿਹੜਾ ਇਸ ਸਮੇਂ ਸੀ, ਉਹੀ ਹੈਲਪ ਆਫ ਦੀ ਅਫੇਅਰ ਚ ਜਿਹੜੇ ਮੇਨ ਅਫਸਰ ਸੀ ਉਹੀ ਇੱਥੇ ਉਹ ਅਕਾਲੀਆਂ ਵੇਲੇ ਸੀ, ਉਹੀ ਇੱਥੇ ਸੀ। ਔਰ ਉਦੋਂ ਦੇ ਐਡਵੋਕੇਟ ਜਨਰਲ ਨੇ ਵੀ ਇਹ ਲਿਖ ਕੇ ਦਿੱਤਾ ਸੀ, ਇਹਨਾਂ ਨੇ ਰਾਏ ਮੰਗੀ ਸੀ ਇੱਕ, ਕਿ ਇਸ ਤਰੀਕੇ ਨਾਲ ਇਹ ਕੀਤਾ ਜਾ ਸਕਦਾ ਜੇ ਤੁਸੀਂ ਕਰਨਾ ਚਾਹੋ, ਜੋ ਵੀ ਤਰੀਕਾ ਕਰਨਾ ਚਾਹੁੰਦੇ ਹੋ, ਪਰ ਨਹੀਂ। ਔਰ ਉਹ ਇੱਕ ਤਰੀਕੇ ਦਾ ਵਾਈਟ ਪੇਪਰ ਲਿਆਉਣ ਦੀ ਉਹਨਾਂ ਦੀ ਇੱਕ ਜ਼ਿੰਮੇਵਾਰੀ ਸੀ, ਉਹ ਨਹੀਂ ਆਇਆ। ਫਿਰ ਤੁੱਥ-ਮੁੱਥ ਕਰਕੇ ਇੱਕ ਆਇਆ ਜਿਹੜਾ ਬਾਅਦ ਦੇ ਵਿੱਚ ਲਿਆਂਦਾ ਗਿਆ, ਚੰਨੀ ਸਰਕਾਰ ਵੇਲੇ ਰੌਲਾ ਰੱਪਾ ਪਿਆ, ਉਹ ਵੀ ਪ੍ਰਗਟ ਸਿੰਘ ਨੇ ਕਾਫੀ ਰੌਲਾ ਰੂਲਾ ਪਾਇਆ ਵੀ ਨਹੀਂ ਤਾਂ ਫਿਰ ਇੱਕੋ ਬਾਅਦ ਹੈ ਤੇ ਇਹ ਵੀ ਨਹੀਂ ਹੋਊਗਾ ਤਾਂ ਐ ਨਹੀਂ ਹੈ। ਉਹ ਵਾਈਟ ਪੇਪਰ ਕਿੱਥੇ ਹੈ? ਉਹਨੂੰ ਵੀ ਘੱਟੋ ਘੱਟ ਦੁਬਾਰਾ ਚੱਕ ਕੇ ਤੁਸੀਂ ਕਰ ਸਕਦੇ ਸੀ। ਹੁਣ ਤੁਸੀਂ ਦੇਖੋ ਕਿ ਖੜੇ ਜੇ ਤੁਸੀਂ ਨਹੀਂ ਲੈਂਦੇ ਤਾਂ ਵੀ 1500 ਕਰੋੜ ਰੁਪਈਆ ਤੁਹਾਡੇ ਤੇ ਪੈ ਰਿਹਾ, ਔਰ ਜੇ ਤੁਸੀਂ ਲੈਂਦੇ ਹੋ ਤਾਂ ਆਪਦੇ ਬੰਦ ਕਰਕੇ ਤੇ ਆਪਣੀ ਦੇ ਉਹ ਤੁਹਾਡੇ ਕੋਲ ਸਾਰਾ ਕੁਝ ਉਸ ਲੈਵਲ ਦੇ ਉੱਤੇ ਜਾ ਰਿਹਾ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸਾਡੇ ਨਾਲ ਹੋ ਰਹੀਆਂ ਨੇ, ਪੰਜਾਬ ਦੇ ਲੋਕਾਂ ਤੇ ਬਰਡਨ ਜਿਹੜਾ ਛਾਲਾ ਮਾਰ ਕੇ ਵੱਧ ਰਿਹਾ ਬਿਜਲੀ ਦਾ ਰੇਟ, ਉਹਦੇ ਚ ਉਹਦਾ ਬਹੁਤ ਵੱਡਾ ਯੋਗਦਾਨ ਹੈ, ਬਹੁਤ ਵੱਡਾ ਰੋਲ ਹੈ ਜਿਹੜੀਆਂ ਤੁਸੀਂ ਕਹਿ ਰਹੇ ਹੋ। ਔਰ ਜਿਹੜੀ ਇਹ ਗੱਲ ਕਹਿੰਦੇ ਨੇ ਕੱਲੀ ਕਿ ਹੁਣ ਬਿਜਲੀ ਕਿੱਥੋਂ ਲਿਆਵਾਂਗੇ, ਬਿਜਲੀ ਤਾਂ ਓਵਰਆਲ ਨੈਸ਼ਨਲ ਗ੍ਰਿਡ ਦੇ ਉੱਤੋਂ ਤੁਸੀਂ ਸਕਿੰਟ ਦੇ ਉਹਦੇ ਨਾਲ ਸੌਦਾ ਕਰਕੇ ਖਰੀਦ ਸਕਦੇ ਹੋ, ਉਦੋਂ ਸਸਤੀ ਖਰੀਦ ਸਕਦੇ ਹੋ। ਪਾਵਰਕਾਮ ਦੇ ਜਿਹੜੇ ਅਫਸਰ ਨੇ ਚੇਅਰਮੈਨ ਤੋਂ ਲੈ ਕੇ ਸਾਰੇ, ਉਹ ਲਗਾਤਾਰ ਇਸ ਗੱਲ ਦੀ ਤਰਫਦਾਰੀ ਕਰਦੇ ਰਹੇ ਕਿ ਇਹਨਾਂ ਤੋਂ ਖਹਿੜਾ ਛਡਾਏ ਬਿਨਾਂ ਆਪਣਾ ਕੰਮ ਨਹੀਂ ਚੱਲਣਾ। ਖਹਿੜਾ ਛਡਾਏ ਬਿਨਾਂ ਕੰਮ ਨਹੀਂ ਚੱਲਣਾ, ਪਰ ਖਹਿੜਾ ਛਡਾ ਕਿਉਂ ਨਹੀਂ ਰਹੇ? ਸਵਾਲ ਹੈ ਕਿ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਹਵਾਲੇ ਨਾਲ ਇਹ ਵੀ ਚਰਚਾ ਛਿੜੀ ਸੀ ਕਿ ਇਹਨਾਂ ਨਾਲ ਇੱਥੇ ਲੱਗਣਾ ਹੀ ਨਹੀਂ ਬਣਦਾ ਸੀ, ਇਹ ਜਿੱਥੇ ਕੋਲਾ ਨਿਕਲਦਾ ਉੱਥੇ ਹੋਣੇ ਚਾਹੀਦੇ ਸੀ। ਹੁਣ ਅਸੀਂ ਕਹਿੰਦੇ ਕੋਲਾ ਢੋਣ ਦੇ ਵੀ ਪੈਸੇ ਦਿੰਦੇ ਆ ਤੇ ਕੋਲਾ ਧੋਣ ਦੇ ਵੀ ਪੈਸੇ ਦੇਈ ਜਾਂਦੇ ਆ। ਸੋ ਕੀ ਇਹ ਬਿਜਲੀ ਇੱਥੋਂ ਲੈਣੀ ਇਹਨਾਂ ਤੋਂ ਸਸਤੀ ਪੈਂਦੀ ਹੈ, ਜਾਂ ਜਿੱਥੇ ਕੋਲਾ ਹੈਗਾ ਉੱਥੇ ਜੇਕਰ ਥਰਮਲ ਪਲਾਂਟ ਲੱਗੇ ਹੁੰਦੇ? ਪਿਛਲੇ ਦਿਨਾਂ 'ਚ ਭਗਵੰਤ ਮਾਨ ਨੂੰ ਇੱਕ ਉਹ ਦਿਖਾਇਆ ਵੀ ਸੀ ਕਿ ਲਓ ਜੀ ਪਾਣੀ ਕੱਢਤਾ, ਇਹ ਖਦਾਨ ਇੰਨੀ ਦੇਰ ਤੋਂ ਬੰਦ ਪਈ ਸੀ ਹੁਣ ਚੱਲੂਗੀ, ਉਹ ਸੱਚਮੁੱਚ ਚੱਲ ਵੀ ਜਾਂ ਉਨੀ ਕਿ ਦੀ? ਉਹ ਨਾ ਮੈਂ ਬਾਰ-ਬਾਰ ਕਹਿੰਦਾ ਵੀ ਜਿਹੜੀ ਵੀ ਆਪੋਜੀਸ਼ਨ ਪਾਰਟੀ ਹੁੰਦੀ ਹੈ ਨਾ, ਉਹਦੇ ਕੋਲ ਹੀ ਇਹੋ ਜਿਹੇ ਸੋਲੂਸ਼ਨਸ ਹੁੰਦੇ, ਸੱਤਾ ਵਾਲਿਆਂ ਕੋਲੇ ਨਹੀਂ ਹੁੰਦੇ। ਪਰ ਜੋ ਇਹੀ ਪਾਰਟੀ ਸੱਤਾ 'ਚ ਚਲੀ ਜਾਂਦੀ ਹੈ ਫਿਰ ਉਹ ਸਾਰੇ ਸੋਲੂਸ਼ਨ ਭੁੱਲ ਜਾਂਦੀ ਹੈ। ਜਦੋਂ ਇਹ ਕਹੇ ਗਏ ਸੀਗੇ ਵੀ ਹਾਂ ਇਹ ਪਿਟ ਹੈਡ ਤੇ ਲਗਾਏ ਜਾਣ, ਉੱਥੇ ਸਸਤਾ ਮਿਲੂਗਾ, ਨੈਸ਼ਨਲ ਗ੍ਰਿਡ ਚੋਂ ਬਿਜਲੀ ਖਰੀਦ ਲਈ ਜਾਏ, ਉਦੋਂ ਫਿਰ ਇਹਨਾਂ ਦੇ ਮਨ 'ਚ ਹੁੰਦਾ ਵੀ ਅਸੀਂ ਕੀ ਦਿਖਾਵਾਂਗੇ ਵੀ ਯਾਰ ਅਸੀਂ ਆਪਣੇ ਪੰਜਾਬ 'ਚ ਕੁਝ ਵੀ ਨਹੀਂ ਲੈ ਕੇ ਆਏ। ਤਾਂ ਉਹ ਜਿਹੜਾ ਵੋਟ ਪੋਲਿਟਿਕਸ ਹੁੰਦੀ ਹੈ ਉੱਥੇ ਵੀ ਤਾਂ ਕੰਮ ਕਰਦੀ ਹੈ ਨਾ। ਤਾਂ ਉਹ ਫਿਰ ਨਹੀਂ, ਨਾਲੇ ਉਸ 'ਚ ਹੋਰ ਵੀ ਹੁੰਦੇ ਆ। ਜਦੋਂ ਤੁਸੀਂ ਇੰਨੀ ਇਨਵੈਸਟਮੈਂਟ ਲੈ ਕੇ ਆ ਰਹੇ ਹੋ 8-8 10-10 ਹਜ਼ਾਰ ਕਰੋੜ ਦੀ ਕਿਸੇ ਕੰਪਨੀ ਤੋਂ, ਤਾਂ ਉਹਦੇ 'ਚ ਤੁਹਾਡੀਆਂ ਵੀ ਤਾਂ ਹਿੱਸੇਦਾਰੀਆਂ ਹੁੰਦੀਆਂ ਨੇ ਨਾ, ਕਿੰਨੇ % ਹਿੱਸੇਦਾਰੀਆਂ ਹੈਗੀਆਂ ਨੇ, ਇਹ ਵੀ ਦੱਸੋ। ਇਹ ਤਾਂ ਨਾਲ ਹੀ ਹੁੰਦਾ ਉਹਦੇ। ਇਹ ਨਹੀਂ ਕਿ ਅਸੀਂ ਇਹ ਕੰਮ ਨਹੀਂ ਕਰਦੇ, ਕਿਉਂਕਿ ਹਰ ਪਾਰਟੀ ਨੇ ਇਲੈਕਸ਼ਨ ਲੜਨਾ, ਉਹ ਪਹਿਲਾਂ ਲੜਨ ਲਈ ਪੈਸਾ ਇਕੱਠਾ ਕਰਦੇ, ਫਿਰ ਅਗਲੇ ਵਾਸਤੇ ਇਕੱਠਾ ਕਰਦੇ। ਉਹ ਉਹਦੇ 'ਚ ਉਲਝ ਗਿਆ ਹੁਣ, ਇਸ ਕਰਕੇ ਲੋਕਾਂ ਦਾ ਨਹੀਂ ਖਿਆਲ। ਉਹਨਾਂ ਨੂੰ ਐਂ ਲੱਗਦਾ ਵੀ ਵੋਟ ਕਿੱਥੋਂ ਆ ਰਹੇ ਨੇ ਸਾਡੇ ਕੋਲੇ, ਉਹ ਕਿਹੜਾ ਫਾਰਮੂਲਾ ਹੈ, ਉਸ ਤੋਂ ਫਟਾਫਟ ਕਰ ਲਓ। ਜਦੋਂ 2007 ਦੇ ਵਿੱਚ ਯਾਦ ਹੋਊਗਾ, ਅਸੀਂ ਉਦੋਂ ਅਮੀਰ ਭਾਈ ਨਾਲ ਇਕੱਠੀ ਰਿਪੋਰਟਿੰਗ ਕਰਦੇ ਹੁੰਦੇ ਸੀ, ਉਦੋਂ ਉਹ ਆਉਂਦਾ ਹੁੰਦਾ ਸੀ ਕਿ ਰਾਸ਼ਨਿੰਗ ਹੋ ਗਈ, ਵੀ ਇੰਨੇ ਦਿਨ ਆਹ ਬੰਦ ਰਹੂਗੀ, ਇੰਨੇ ਦਿਨ ਸਕੂਲ ਬੰਦ ਰਹਿਣਗੇ, ਗਲੋਸਾਈਨ ਨਹੀਂ ਚੱਲੇਗਾ। ਤਾਂ ਇਹ ਜੀ ਨਾ ਇੱਕ ਲੋਕਾਂ ਤੋਂ ਮਤਲਬ ਉਹ ਆ ਵੀ ਸਾਨੂੰ ਚਾਹੇ ਮਹਿੰਗੀ ਬਿਜਲੀ ਦੇ ਦਿਓ ਜੀ, ਪਰ ਬਿਜਲੀ ਦੇ ਦਿਓ। ਮਾਹੌਲ ਬਣਾਇਆ, ਮਾਹੌਲ ਕ੍ਰੀਏਟ ਕਰਤਾ ਕਿ ਹਾਂ ਸਾਨੂੰ ਮਹਿੰਗੀ ਬਿਜਲੀ ਦੇ ਦਿਓ, ਤੇ ਉਹਦੇ ਵਿੱਚ ਹੀ ਫਿਰ ਪ੍ਰਾਈਵੇਟ ਇਨਵੈਸਟਮੈਂਟ ਬੁਲਾ ਲਈ ਗਈ। ਆਹ ਜਿਹੜੇ ਸਮਝੌਤੇ ਕੀਤੇ ਗਏ, ਜੇ ਤੁਸੀਂ ਉਹਨੂੰ ਪੂਰਾ ਕੈਲਕੂਲੇਟ ਕਰੋਗੇ ਤਾਂ ਇਹਨਾਂ ਦੀ ਤਾਂ ਹੋ ਸਕਦਾ ਕਿ ਕਦੋਂ ਦੀਆਂ ਪੂਰੀਆਂ ਹੋ ਗਈਆਂ ਹੋਣ। ਜੋ ਇਨਵੈਸਟਮੈਂਟ ਕੀਤੀ ਹੈ ਉਹ ਪੂਰੀ ਹੋ ਚੁੱਕੀ ਹੋਣੀ ਹੈ, ਜਿਹੜੀ ਐਡੀਸ਼ਨਲ ਦਿੱਤੀ ਹੋਈ ਹੈ 5-5 10-10 20-20 ਪੈਸੇ, ਉਹਨਾਂ ਨਾਲ ਪੂਰੀ ਹੋ ਚੁੱਕੀ ਹੈ। ਹੁਣ ਤਾਂ ਸਾਰਾ ਬਸ ਅੰਦਰ ਹੀ ਜਾ ਰਿਹਾ। ਨਹੀਂ ਭਾਜੀ, ਜਿਵੇਂ ਇਹ ਕਹਿੰਦੇ ਨੇ ਕਿ ਉਹਦੇ ਵਿੱਚ ਲਾਲਸਾਵਾਂ ਵੀ ਜੁੜੀਆਂ ਹੁੰਦੀਆਂ, ਵੋਟ ਕਲਚਰ ਵੀ ਜੁੜਿਆ ਹੁੰਦਾ, ਫਿਰ ਹੁਣ ਸਵਾਲ ਇਹ ਹੈ ਕਿ ਹੁਣ ਨਾ ਤਾਂ ਕਾਂਗਰਸ ਕੁਸਕ ਰਹੀ ਹੈ ਇਹਨਾਂ ਥਰਮਲ ਪਲਾਂਟਾਂ ਖਿਲਾਫ, ਜਿਹੜੀ ਸੱਤਾ ਦੇ ਵਿੱਚ ਜਦੋਂ ਕਹਿੰਦੇ ਸੀ ਕਿ ਹਾਂ ਆ ਕੇ ਹਟਾ ਦਾਂਗੇ, ਜਦ ਤਾਂ ਨਹੀਂ ਹਟਾਏ, ਹੁਣ ਬਾਅਦ ਚੋਂ ਵੀ ਨਹੀਂ ਬੋਲਦੀ। ਅਕਾਲੀ ਦਲ ਤਾਂ ਪਹਿਲਾਂ ਤੋਂ ਹੀ ਖੁੱਲ੍ਹ ਕੇ ਇਹਦੇ ਹੱਕ 'ਚ ਖੜੇ ਨੇ ਕਿ ਇਹਦਾ ਜ਼ਰੂਰੀ ਸੀਗੇ, ਤੇ ਆਮ ਆਦਮੀ ਪਾਰਟੀ ਹੁਣ ਬੋਲਦੀ ਹੋ ਨਹੀਂ ਗਈ। ਉਹ ਕੋਲਾ ਨਾ ਦਿਖਿਆ ਮੈਨੂੰ ਮੁੜ ਕੇ, ਨਾ ਥਰਮਲ ਪਲਾਂਟ ਵਾਲਾ ਮਸਲਾ ਦਿਖਿਆ। ਕੀ ਹੁਣ ਸੈਟਿੰਗਾਂ ਬਦਲ ਜਾਂਦੀਆਂ ਜਾਂ ਲੈਣ ਦੇਣ ਬਦਲ ਜਾਂਦਾ? ਫਿਰ ਦੇਖੋ, ਇੱਕ ਤਾਂ ਗੱਲ ਇਹ ਹੈ ਓਵਰਆਲ ਜਿਹੜੀ ਅਪਰੋਚ ਦੀ ਗੱਲ ਹੈ, ਪਹੁੰਚ ਦੀ, ਡਿਵੈਲਪਮੈਂਟ ਦੇ ਮਾਡਲ ਦੀ, ਇਹਦੇ 'ਚ ਕਿਸੇ ਦਾ ਫਰਕ ਹੀ ਨਹੀਂ ਹੈ, ਕਿਉਂਕਿ ਇਹਨਾਂ ਕੋਲ ਕੋਈ ਅਲਟਰਨੇਟਿਵ ਮਾਡਲ ਥੋੜੀ ਹੈ ਕਿਸੇ ਕੋਲ। ਉਹੀ ਮਾਡਲ ਦੇ ਰਸਤੇ ਤੇ ਕੰਮ ਕਰਨਾ, ਨਿਸ਼ਾਨਾ ਤਾਂ ਉਧਰ ਹੀ ਜਾ ਰਿਹਾ। ਉਹ ਹੈ ਕਾਰਪੋਰੇਟ ਡਿਵੈਲਪਮੈਂਟ ਦਾ ਮਾਡਲ। ਕਾਰਪੋਰੇਟ ਦੇ ਵਿੱਚ ਤੁਸੀਂ ਕਾਰਪੋਰੇਟ ਘਰਾਣੇ ਨੂੰ ਖੁਸ਼ ਕਰੋਗੇ, ਅਮੀਰ ਘਰਾਣੇ ਨੂੰ। ਜੇ ਉਹਨੂੰ ਖੁਸ਼ ਨਹੀਂ ਕਰਦੇ, ਇਹ ਠੀਕ ਹੈ, ਇੱਕ ਨਾਲ ਤੁਹਾਡੀ ਨਹੀਂ ਬਣਦੀ ਦੂਜੇ ਨੂੰ ਕਰ ਲੈਂਦੇ ਹੋ, ਦੂਜੇ ਨਾਲ ਨਹੀਂ ਬਣਦੀ ਤੀਜੇ ਨੂੰ ਕਰ ਲੈਂਦੇ ਹੋ, ਪਰ ਕਰਦੇ ਉਸੇ ਪਾਸਿਓਂ। ਉਹਦੇ ਚੋਂ ਪ੍ਰਾਈਵੇਟਾਈਜੇਸ਼ਨ ਦੀ ਪਾਲਿਸੀ ਨਿਕਲਦੀ ਹੈ, ਔਰ ਇਹ ਪਾਲਿਸੀ ਜਿਹੜੀ ਪ੍ਰਾਈਵੇਟਾਈਜੇਸ਼ਨ ਦੀ ਹੈ, ਤੁਹਾਡੇ ਸਾਹਮਣੇ ਨਾ ਇੱਕ ਐਗਜ਼ਾਮਪਲ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਕਰ ਰਹੇ ਸੀ ਪ੍ਰਾਈਵੇਟ, ਉਦੋਂ ਇੰਜੀਨੀਅਰਾਂ ਦਾ, ਪੰਜਾਬ ਦੇ ਬਹੁਤ ਸਨਮਾਨਿਤ ਇੰਜੀਨੀਅਰਾਂ ਦਾ ਇੱਕ ਡੈਪੂਟੇਸ਼ਨ ਉਹਨੂੰ ਮਿਲਣ ਗਿਆ। ਬਾਦਲ ਪਿੰਡ ਬੈਠੇ ਸੀਗੇ, ਔਰ ਮਿਲਣ ਗਿਆ ਤਾਂ
ਉਹਨਾਂ ਨੇ ਕਿਹਾ ਵੀ ਜੇ ਆਪਾਂ ਇੱਕ ਬੈਲੈਂਸ ਕਰ ਲਓ, ਜੇ ਤੁਸੀਂ ਥਰਮਲ ਪ੍ਰਾਈਵੇਟ 'ਚ ਵੀ ਲਾਉਣੇ ਨੇ, ਘੱਟੋ ਘੱਟ ਇੱਕ ਹੋਰ ਜਾਂ ਦੋ ਸਰਕਾਰੀ ਸਾਡੇ ਖੇਤਰ 'ਚ ਵੀ ਲਾਓ। ਉਹ ਵੀ ਲਾਓ। ਔਰ ਸਾਡੇ ਇੰਜੀਨੀਅਰਾਂ ਦੀ ਇਹ ਕਾਬਲੀਅਤ ਸੀ ਕਿ ਜਿਹੜੇ ਪਹਿਲਾਂ ਲਾਏ ਨੇ ਅਸੀਂ ਬਠਿੰਡੇ ਦਾ, ਲਹਿਰਾ ਮੁਹੱਬਤ, ਰੋਪੜ, ਉਹਨਾਂ ਨੇ ਆਪ ਆਪਣੇ ਦਮ ਤੇ ਡਿਜ਼ਾਈਨ ਕਰਕੇ ਲਾਏ ਨੇ, ਆਪਣੇ ਤਰੀਕੇ ਨਾਲ ਲਾਏ ਨੇ। ਨਹੀਂ, ਉਹ ਅਵਾਰਡ ਜਿੱਤਦਾ ਰਿਹਾ ਪੰਜਾਬ ਦਾ ਹਮੇਸ਼ਾ ਕਦੇ ਵੀ, ਜਦੋਂ ਵੀ ਨੈਸ਼ਨਲ ਲੈਵਲ ਤੇ। ਉਹ ਦੱਸਿਆ, ਉਹ ਕਹਿੰਦੇ ਸੁਖਬੀਰ ਬਾਦਲ ਨੇ ਪਤਾ ਕੀ ਕਿਹਾ ਉਹਨਾਂ ਨੂੰ ਸਾਰਿਆਂ ਨੂੰ, ਉਹ ਕਹਿੰਦਾ ਤੁਹਾਡਾ ਪਾਲਿਸੀ 'ਚ ਕੀ ਕੰਮ ਹੈ, ਜੇ ਤਨਖਾਹਾਂ ਦਾ ਕੋਈ ਮਾਮਲਾ ਤੁਸੀਂ ਦੱਸੋ, ਕਹਿੰਦਾ ਤੁਸੀਂ ਇਹਦੇ 'ਚ ਨਾ ਬੋਲਿਆ ਕਰੋ। ਜੇ ਟੈਕਨੀਕਲ ਆਦਮੀ, ਜਿਹੜੇ ਬੰਦਿਆਂ ਦੀ ਸਮਝ ਹੈ ਉਸ ਮਾਮਲੇ ਦੇ, ਉਸ ਖੇਤਰ ਦੇ, ਸਿਆਸਤਦਾਨ ਦੇ ਦਿਮਾਗ 'ਚ ਇਹ ਆ ਗਿਆ ਕਿ ਮੈਂ ਸਾਰੀਆਂ ਚੀਜ਼ਾਂ ਦਾ ਮੈਨੂੰ ਪਤਾ ਹੈ, ਏਦੋਂ ਮਤਲਬ ਗੱਲ ਇਹ ਸਾਰਿਆਂ ਕੋਲ ਹੀ ਹੈ। ਤੁਸੀਂ ਇਹੀ ਕੇਜਰੀਵਾਲ, ਉਹੀ ਮੈਨੂੰ ਪਤਾ ਹੈ, ਇਹੀ ਸਾਰੇ ਕਰਦੇ ਹੁੰਦੇ ਸੀ, ਨਵਜੋਤ ਸਿੱਧੂ ਮੈਨੂੰ ਪਤਾ ਹੈ, ਹਰ ਬੰਦੇ ਨੂੰ ਹਰ ਕੁਝ ਪਤਾ, ਤੇ ਭੱਠਾ ਬੈਠ ਗਿਆ ਪੰਜਾਬ ਦਾ। ਤੁਹਾਡੇ ਪਤੇ 'ਚ ਜੇ ਪਤਾ ਹੋਵੇ, ਆਫਟਰ ਇੰਨੇ ਇੱਕ ਹੁਨਰ ਹੁੰਦਾ ਹੈ, ਪੜ੍ਹਾਈਆਂ ਕਰਦੇ ਨੇ ਲੋਕ ਆਪਣੇ ਆਪਣੇ ਖੇਤਰ ਦੀਆਂ, ਉਹਦੇ 'ਚ ਮੱਥਾ ਪੱਚੀ ਕਰਦੇ ਨੇ, ਇਸੇ ਲਈ ਉਹ ਲਾਏ ਜਾਂਦੇ ਨੇ ਕਿ ਤੁਹਾਡੀ ਸੁਣੀ ਜਾਊਗੀ, ਤੁਹਾਡੇ ਮੁਤਾਬਕ ਅਸੀਂ ਕੰਮ ਕਰਾਂਗੇ। ਜੇ ਇਹ ਨੈਗਲੈਕਟ ਕਰ ਦੋਗੇ ਤੁਸੀਂ ਸਾਰੇ ਬੰਦਿਆਂ ਨੂੰ, ਵੀ ਤੁਸੀਂ ਬੰਦਿਆਂ ਦਾ ਦਿਲਚਸਪੀ ਮਾਰੀ ਜਾਂਦੀ ਹੈ ਨਾ, ਬੰਦਾ ਕਹਿੰਦਾ ਤੁਸੀਂ ਕੀ ਕਰਦੇ ਹੋ। ਔਰ ਉਹਨਾਂ 'ਚ ਤਾਂ ਅੱਧੇ ਬੰਦੇ ਅਜੇ ਸੀ ਜਿਨ੍ਹਾਂ ਨੂੰ ਪ੍ਰਾਈਵੇਟ ਥਰਮਲ ਵਾਲੇ 10-10 ਗੁਣਾ ਤਨਖਾਹ ਦੇ ਕੇ ਲਿਜਾਣ ਨੂੰ ਤਿਆਰ ਸੀ, ਪਰ ਗਏ ਨਹੀਂ। ਕਈ ਬੰਦੇ ਉਹਨਾਂ 'ਚੋਂ ਇਹ ਸੀਗੇ ਜਿਹੜੇ ਪੰਜਾਬ ਦੀ ਸੇਵਾ ਕਰਨ ਦੀ ਗੱਲ ਕਰਦੇ ਨੇ। ਮੈਂ ਅਮੀਰ ਭਾਈ ਦੀ ਉਹ ਤੋਂ ਯਾਦ ਆ ਗਿਆ ਮੈਨੂੰ, ਮੈਂ ਕਿਹਾ ਉਦੋਂ ਭਾਈ ਤੁਹਾਨੂੰ ਯਾਦ ਹੋਊਗਾ, ਸ਼ਾਹਪੁਰ ਕੰਡੀ ਡੈਮ ਲਈ ਕੰਸਲਟੈਂਟ ਨਿਯੁਕਤ ਕਰਨਾ ਸੀਗਾ, ਤੇ ਉਹ ਮੇਰੇ ਇੱਕ ਆਫੀਸਰ ਦੋਸਤ ਸੀਗੇ, ਤੇ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਕੰਸਲਟੈਂਟ ਨਿਯੁਕਤ ਕਰਤਾ, ਉਹਨੂੰ ਟੋਟਲ ਪ੍ਰੋਜੈਕਟ ਦਾ 1% ਦੇਣਾ ਹੈ। ਤੇ ਮੈਂ ਜੀ ਉਹ ਕੀ ਕਰੂਗਾ? ਉਹ ਕਹਿੰਦੇ ਉਹ ਦੱਸੇਗਾ ਨਾ ਵੀ ਕਿੱਦਾਂ ਇਹ ਬਣੇਗਾ, ਡਿਜ਼ਾਈਨ ਕਿਵੇਂ ਹੋਏਗਾ, ਤੇ ਉਹਦੇ 'ਚ ਪੈਸਾ ਕਿੱਥੋਂ ਆਏਗਾ, ਇਹ ਉਹ ਸਾਰਾ ਕੁਝ ਕਰਕੇ ਦੱਸਣਗੇ। ਤੇ ਭਾਈ ਫਿਰ ਆਪਣੇ ਇੰਜੀਨੀਅਰ ਕੀ ਕਰ ਰਹੇ ਨੇ, ਜਿਹੜੇ ਮਤਲਬ 72-73 ਦੇ ਕਹੀ ਜਾਂਦੇ ਵੀ ਅਸੀਂ ਭਰਤੀ ਹੋਏ ਪਏ ਆ, ਸਾਰਾ ਉਹਨਾਂ ਦਿਨਾਂ 'ਚ ਹੀ ਸਾਰੇ ਡੈਮ ਬਣੇ ਨੇ, ਤਾਂ ਫਿਰ ਉਹਨਾਂ ਦੀਆਂ ਆਪਾਂ ਸੇਵਾਵਾਂ ਕਿਉਂ ਨਹੀਂ ਲੈ ਰਹੇ? ਅੱਜ ਉਹ ਸਾਰੇ ਚੀਫ ਇੰਜੀਨੀਅਰਾਂ ਦੀ ਪੋਸਟ ਤੇ ਪਹੁੰਚ ਗਏ, ਯਾਨੀ ਇਸ ਤੋਂ ਉੱਪਰ ਤਾਂ ਹੁਣ ਪੋਸਟ ਨਹੀਂ ਨਾ ਡਿਪਾਰਟਮੈਂਟ ਦੀ ਹੈਗੀ। ਤੇ ਜੇ ਉਹਨਾਂ ਦੀਆਂ ਆਪਾਂ ਸੇਵਾਵਾਂ ਨਹੀਂ ਲੈਣੀਆਂ, ਤਾਂ ਫਿਰ ਆਪਾਂ ਰੱਖੇ ਕਾਹਦੇ ਵਾਸਤੇ ਨਹੀਂ? ਜਾਂ ਤਾਂ ਫਿਰ ਇਹਨਾਂ ਨੂੰ ਕੱਢ ਦੋ ਵੀ ਭਾਈ ਤੁਹਾਡੀ ਕੋਈ ਹੈ ਨਹੀਂ। ਤੁਸੀਂ ਕਾਰਪੋਰੇਟ ਘਰਾਣਿਆਂ ਦੀ ਗੱਲ ਕਰ ਰਹੇ ਹਮੀਰ ਭਾਜੀ, ਤੁਸੀਂ ਗੱਲ ਕਰ ਰਹੇ ਕੋਈ ਇਦਾਂ ਰਾਜਨੀਤਿਕ ਲੋਕ ਤੈਅ ਕਰਦੇ ਨੇ। ਹੁਣ ਪਿਛਲੇ ਦਿਨੇ ਜਦੋਂ BBMB ਵਾਲਾ ਮਸਲਾ ਹੈ, ਤਾਂ ਉਹ ਚਾਹੇ ਕਿ ਪੰਜਾਬ ਦੇ ਹੱਥੋਂ ਹੁਣ ਪਾਵਰ ਵੀ ਗਈ, ਮਤਲਬ ਸਪਲਾਈ ਦਾ ਵੀ ਹਿਸਾਬ ਕਿਤਾਬ ਗਿਆ। ਕੀ ਇਹ ਕੱਲ ਨੂੰ ਜਦੋਂ ਪ੍ਰਾਈਵੇਟ ਕਰਨੇ ਹੋ ਗਿਆ ਪੂਰਾ ਬਿਜਲੀ ਦਾ ਫਿਰ ਉਸ ਸਮੇਂ ਫਿਰ ਇਹ ਮੁਫਤ ਵਾਲੀਆਂ ਸਕੀਮਾਂ ਕਿੱਥੇ ਰਹਿਣਗੀਆਂ, ਕੀ ਰਹਿਣਗੀਆਂ, ਜਾਂ ਫਿਰ ਉਹ ਖਜ਼ਾਨੇ ਦੇ ਉੱਤੇ ਨਵਾਂ ਬੋਝ ਪਊਗਾ ਜਾਂ ਘਟੂਗਾ ਵਧੂਗਾ, ਕੀ? ਨਹੀਂ, ਉਹ ਤਾਂ ਦੇਖੋ, ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਨਹੀਂ ਹੈ ਨਾ, ਉਹ ਹੌਲੀ ਹੌਲੀ ਮਤਲਬ ਜਿਵੇਂ ਭਾਈ ਨੇ ਕਿਹਾ ਵੀ ਜਦੋਂ ਵੀ ਅਸੀਂ ਇਦਾਂ ਦਾ ਕੋਈ ਮਾਡਲ ਡਿਵੈਲਪ ਕਰਦੇ ਆ ਨਾ, ਤਾਂ ਪ੍ਰਾਈਵੇਟਾਈਜ਼ ਨੂੰ ਹੀ ਉਭਾਰਨਾ ਹੁੰਦਾ ਐਕਚੁਅਲੀ। ਤਾਂ ਚੰਡੀਗੜ੍ਹ ਉਦਾਹਰਨ ਆ ਉਹਦੀ, ਚੰਡੀਗੜ੍ਹ ਅਮੀਰ ਭਾਜੀ ਸਭ ਤੋਂ ਵੱਧ ਕਮਾਈ ਵਾਲਾ ਬਿਜਲੀ ਵਿਭਾਗ, ਉਹਨੂੰ ਵੀ ਮਤਲਬ ਕਿ ਚੱਕ ਕੇ ਪ੍ਰਾਈਵੇਟ। ਦੇਖੋ ਉਹ ਦਿਖਾਉਂਦੇ ਹੀ ਇਹ ਨੇ, ਉਹ ਦਿਖਾਉਂਦਾ ਕਿ ਸਾਡੇ ਕੋਲ ਕਿੰਨੀ ਪੀਪੀਟੀਆਂ ਨੇ, ਜਿਹੜਾ PPT ਸਿਸਟਮ ਹੈ ਉਹ ਬੜਾ ਖਤਰਨਾਕ ਹੈ, ਉਹ ਅੱਜ ਕੱਲ ਸਾਰੇ ਕਿਤੇ ਹੀ ਆ ਗਿਆ। ਉਹ PPTਆਂ 'ਚ ਇੰਨਾ ਫਾਇਦਾ ਦਿਖਾ ਦਿੰਦੇ ਨਾ ਉਸ ਉੱਪਰ ਤੱਕ, ਤੇ ਜਦੋਂ ਗਰਾਊਂਡ ਤੇ ਕੰਮ ਹੁੰਦਾ ਉਹ ਬਿਲਕੁਲ ਜ਼ੀਰੋ ਹੋ ਜਾਂਦਾ। ਮਤਲਬ ਉਹ ਸਿਰਫ ਆਪਣੇ ਇੱਕ ਅਦਾਰੇ ਦਾ ਹੀ ਕੰਮ ਦਿਖਾਉਂਦੇ ਨੇ, ਲੇਕਿਨ ਜਦੋਂ ਉਹਦਾ ਸਮਾਜ ਤੇ ਅਸਰ ਦਾ ਕੰਮ ਹੁੰਦਾ ਉਸ 'ਚ ਨਹੀਂ ਦਿਖਦਾ। ਇਹ ਉਹੀ ਹੈ ਜਿਵੇਂ ਤੁਸੀਂ ਗੱਲ ਕਿੱਥੇ ਕੀਤੀ ਨਾ ਕਿ ਚੰਡੀਗੜ੍ਹ ਦੇ ਵਿੱਚ ਹੋ ਗਿਆ ਸਾਰਾ ਪ੍ਰਾਈਵੇਟਾਈਜ਼, ਹਾਲਾਂਕਿ ਇੱਥੇ ਤਾਂ ਮਤਲਬ ਕੋਈ ਹੈ ਨਹੀਂ, ਇੱਥੇ ਤਾਂ ਪ੍ਰੋਫਿਟ 'ਚ ਹੀ ਸੀਗੇ, ਔਰ ਇੱਥੇ ਲੋਕ ਵੀ ਉਹ ਨੇ ਜਿਹੜੇ 100% ਬਿੱਲ ਵੀ ਪੇ ਕਰ ਦਿੰਦੇ ਆ, ਤਾਂ ਉਹਦੇ 'ਚ ਕੋਈ ਉਹ ਨਹੀਂ ਸੀ। ਲੇਕਿਨ ਫਿਰ ਵੀ ਅਸੀਂ ਉਧਰਲੇ ਪਾਸੇ ਚੱਲੇ ਹੋਏ ਹਾਂ, ਕਿਉਂਕਿ ਮਾਡਲ ਹੀ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕੋ ਹੀ ਹੈ। ਜੇ ਅਲਟਰਨੇਟਿਵ ਮਾਡਲ ਹੁੰਦੇ ਵੀ ਯਾਰ ਚਲੋ ਇੱਥੇ ਤੁਸੀਂ ਇਹ ਕਰ ਲਓ, ਲੇਕਿਨ ਦੂਸਰੇ ਪਾਸੇ ਅਸੀਂ ਉਹ ਕਰਕੇ ਦਿਖਾਵਾਂਗੇ ਤੁਹਾਨੂੰ, ਉਹ ਹੈ ਹੀ ਨਹੀਂ। ਸਾਰਿਆਂ ਦੀ ਸੋਚ ਇੱਕੋ ਜਿਹੀ ਹੋਈ ਹੈ। ਇਹਦਾ ਮਤਲਬ ਇਹ ਕਿ ਪੋਲੀਟੀਸ਼ੀਅਨ ਦੀ ਆਪਣੀ ਕੋਈ ਸੋਚ ਨਹੀਂ, ਉਹ ਪਿੱਛੇ ਹੀ ਸ਼ਾਇਦ ਕੋਈ ਉਹਨਾਂ ਨੂੰ ਡਮਰੂ ਜਾਂ ਵਜਾਈ ਜਾਂਦਾ ਤੇ ਉਹੀ ਨੱਚੀ ਆ। ਹਮੀਰ ਭਾਜੀ, ਇੱਕ ਪਾਸੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਆਪਣਾ ਡਮਰੂ ਵਜਾਈ ਜਾਂਦੇ, ਜਿਵੇਂ ਇੰਦਰਪ੍ਰੀਤ ਹੋਰੀ ਕਹਿੰਦੇ ਕਿ ਉਹ ਆਪਣੇ ਹਿਸਾਬ ਨਾਲ ਚਾਹੁੰਦੀਆਂ ਨੇ, ਪਰ ਪੰਜਾਬ ਦੇ ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਸਾਨੂੰ ਫਾਇਦਾ ਹੋ ਰਿਹਾ ਜਾਂ ਅਸੀਂ ਠੱਗੇ ਜਾ ਰਹੇ ਹਾਂ ਮੁਫਤ ਬਿਜਲੀ ਦੇ ਨਾਂ ਦੇ ਉੱਤੇ, ਸਬਸਿਡੀਆਂ ਦੇ ਨਾਂ ਦੇ ਉੱਤੇ। ਪਰ ਕੇਂਦਰ ਦਾ ਕਾਨੂੰਨ ਦਾ 3 ਖੇਤੀ ਕਾਨੂੰਨ ਸਮੇਂ ਇੱਕ ਵਿਰੋਧ ਉੱਠਿਆ ਕਿ ਜਿਹੜਾ ਕੇਂਦਰ ਬਿਜਲੀ ਸੋਧ ਬਿੱਲ ਲਿਆ ਰਿਹਾ ਉਹ ਅਸਲ 'ਚ ਕਾਨੂੰਨ ਕੀ ਹੈ, ਤੇ ਹੁਣ ਦੁਬਾਰਾ ਕਹਿੰਦੇ ਉਹ ਤਾਂ ਲਾਗੂ ਹੋਣ ਜਾ ਰਿਹਾ। ਨਹੀਂ, ਅਸਲ ਦੇ ਵਿੱਚ ਇਹ ਹੈ ਕਿ ਸ਼ੁਰੂ ਤੋਂ ਹੀ ਸਾਡੇ ਇੱਕ ਟ੍ਰੈਂਡ ਹੈ ਤਾਕਤਾਂ ਦੇ ਕੇਂਦਰੀਕਰਨ ਦਾ, ਔਰ ਜਿਹੜਾ ਉਹ ਕਾਨੂੰਨ 2020 ਵਾਲਾ ਆਇਆ ਸੀ, ਬਿਜਲੀ ਕਾਨੂੰਨ 2020 ਅਮੈਂਡਮੈਂਟ ਵਾਲਾ, ਤੇ ਹੁਣ ਚਲੋ ਸਟੈਂਡਿੰਗ ਕਮੇਟੀ ਕੋਲ ਚਲਾ ਗਿਆ, ਹਾਲੇ ਅਗਲੇ ਸੈਸ਼ਨ 'ਚ ਆਏਗਾ। ਪਰ ਹੁਣ ਸਰਕਾਰ ਨੇ ਨੋਟੀਫਿਕੇਸ਼ਨਾਂ ਰਾਹੀਂ ਉਹ ਲਾਗੂ ਕਰਨਾ ਸ਼ੁਰੂ ਕਰਤਾ। ਆ ਜਿਹੜੇ ਚਿਪ ਮੀਟਰ ਹੋਣਗੇ, ਔਰ ਇਸੇ ਤਰੀਕੇ ਦੇ ਨਾਲ ਇਹ ਕਰਤਾ ਕਿ ਨੈਸ਼ਨਲ ਗ੍ਰਿਡ ਤੋਂ ਤੁਹਾਨੂੰ ਅਸੀਂ ਬਿਜਲੀ ਨਹੀਂ ਖਰੀਦਣ ਦੇਵਾਂਗੇ ਜੇਕਰ ਤੁਸੀਂ ਤੁਹਾਡੀ ਇਹ ਗੱਲ ਨਹੀਂ ਮੰਨਦੇ ਕਿ 14 ਰੁਪਏ ਯੂਨਿਟ ਬਿਜਲੀ ਉਹ ਦੂਜੀ ਸੋਲਰ ਵਾਲੀ ਨਹੀਂ ਖਰੀਦੋਗੇ।
ਹੁਣ ਇਹ ਤਾਂ ਸਟੇਟ ਦਾ ਰਾਈਟ ਹੈ, ਮੈਂ ਇੱਕ ਕੰਜ਼ਿਊਮਰ ਆ, ਮੇਰਾ ਹੱਕ ਹੈ, ਮੈਂ ਕਿੱਥੋਂ ਖਰੀਦਾਂ ਕਿੱਥੋਂ ਨਾ ਖਰੀਦਾਂ ਨਾ, ਇਹ ਤਾਂ ਮੇਰੀ ਦੁਕਾਨ ਤੇ ਹੈ। ਜੇ ਤੁਸੀਂ ਮੇਰੇ ਗਲ 'ਚ ਅੰਗੂਠਾ ਦੇ ਦੋਗੇ ਫਿਰ ਦੂਜੀ ਚੀਜ਼ ਬੰਦ ਕਰ ਦਿੰਦੇ ਹੋ। ਰਾਮਦੇਵ ਦੀ ਹੱਟੀ ਤੋਂ ਹੀ ਸਮਾਨ ਲੈਣਾ। ਹਾਂ, ਜੇ ਉੱਥੋਂ ਹੀ ਲੈਣਾ ਹੈ ਤੇ ਉਹਦਾ ਕੋਲ ਨਾ ਦੋ ਤਾਕਤਾਂ ਨੇ। ਹਾਂ, ਇੱਕ ਕੋਲੇ ਦੀ ਜਿਹੜਾ ਸੋਰਸ ਹੈ ਬਹੁਤ ਵੱਡਾ, ਨਹੀਂ ਤਾਂ ਥਰਮਲ ਬੰਦ ਹੈ। ਦੂਜਾ ਨੈਸ਼ਨਲ ਗ੍ਰਿਡ ਦੀ ਚਾਬੀ ਹੈ ਨਾ, ਤੁਹਾਡੀ ਬੰਦ ਕਰ ਸਕਦੇ ਨੇ। ਇਹ ਦੋ ਚਾਬੀਆਂ ਉਹ ਲੈ ਕੇ ਬੈਠਾ, ਇਸ ਲਈ ਬਾਹ ਮਰੋੜ ਰਿਹਾ। ਬਿਲਕੁਲ, ਕਿ ਤੁਸੀਂ ਜਿਵੇਂ ਕਰੋਗੇ ਉਵੇਂ ਕਰੋ, ਨਹੀਂ ਤਾਂ ਨਹੀਂ, ਅਸੀਂ ਉਸ ਲੈਵਲ ਤੇ ਨਹੀਂ ਕਰ ਦਿੰਦੇ। ਹੁਣ ਸਵਾਲ ਇਹ ਹੈ ਕਿ ਕੀ ਇੱਕੋ ਤਾਂ ਨਵੇਂ ਬਿੱਲ ਦੇ ਵਿੱਚ ਤਾਂ ਹੋਰ ਕਰਨ ਜਾ ਰਹੇ ਨੇ ਇੱਕ ਅਲੱਗ ਕਮਿਸ਼ਨ, ਜਿਹੜਾ ਸ਼ਾਇਦ ਉਹ ਅਮੈਂਡ ਹੋ ਜੇ ਹੋਇਆ, ਜਾਂ ਜਿਹੜਾ ਕੇਵਲ ਪ੍ਰਾਈਵੇਟ ਲਈ ਹੈ। ਉਹ ਇਹ ਹੈ ਵੀ ਜੇ ਸਟੇਟ ਗਵਰਨਮੈਂਟ ਨੇ ਪ੍ਰਾਈਵੇਟ ਕਿਸੇ ਕੰਪਨੀ ਨਾਲ ਸਮਝੌਤਾ ਕਰ ਲਿਆ, ਉਹਨੂੰ ਉਹ ਲਾਗੂ ਨਹੀਂ ਕਰਦੀ ਤਾਂ ਗਵਰਨਮੈਂਟ ਆਫ ਇੰਡੀਆ ਤੁਹਾਡੀਆਂ ਸਾਰੀਆਂ ਕੱਟ ਲਾ ਸਕਦੀ ਹੈ ਤੇ ਤੁਹਾਡੇ ਬਿਜਲੀ ਬੰਦ ਕਰ ਸਕਦੀ ਹੈ। ਮਤਲਬ ਇਸ ਹੱਦ ਤੱਕ ਹੈ ਕਿ ਤੁਹਾਡੀ ਉੱਥੋਂ ਹੀ ਕੱਟ ਦਿੱਤੀ ਜਾਊਗੀ, ਤੁਸੀਂ ਜੋ ਮਰਜ਼ੀ ਕਰਦੇ ਰਹੋ। ਪੈਸੇ ਉਹਨੂੰ ਦਿਵਾਉਣੇ ਜ਼ਰੂਰੀ ਨੇ। ਅਡਾਨੀ ਅੰਬਾਨੀ, ਅਡਾਨੀ ਕਿਉਂ ਚਲਾ ਜਾਂਦਾ ਸਭ ਤੋਂ ਅਮੀਰ ਬੰਦਾ 8 ਸਾਲ ਦੇ ਅੰਦਰ ਅੰਦਰ? ਨਹੀਂ, ਆ ਕਰੋਨਾ ਕਾਲ ਚ ਵੀ ਨਹੀਂ, ਇਸੇ ਚ ਕਿਉਂ? ਕਿਉਂਕਿ ਸਭ ਕੁਝ ਕਦੇ ਤੁਸੀਂ ਇਹ ਦੇਖਿਆ ਕਿ ਪ੍ਰਾਈਵੇਟ ਪਲੇਅਰ ਨੇ ਕਦੇ ਕੋਈ ਘਾਟੇ ਵਾਲੀ ਚੀਜ਼ ਖਰੀਦ ਲਈ? ਬਿਲਕੁਲ, ਕਿ ਇਹ ਸੰਸਥਾ ਘਾਟੇ ਜਾ ਰਹੀ ਹੈ? ਜਿੰਨੇ ਨੈਸ਼ਨਲ ਲੈਵਲ ਦੇ ਜਿਹਨੂੰ ਨੌ ਰਤਨ ਕਹਿੰਦੇ ਸੀ, ਸਭ ਤੋਂ ਵੱਡੀਆਂ ਕਾਰਪੋਰੇਸ਼ਨਾਂ ਜਿਹੜੀਆਂ ਕਰੋੜਾਂ ਅਰਬਾਂ ਕਮਾਉਂਦੀਆਂ ਸੀ, ਉਹਦੇ ਚੋਂ ਉਹਨੂੰ ਦੇ ਰਹੇ ਹੋ ਤੁਸੀਂ। ਕਦੇ ਕਿਸੇ ਪ੍ਰਾਈਵੇਟ ਪਲੇਅਰ ਨੇ ਕੀਤਾ ਕਿ ਉਹ ਬੁਨਿਆਦੀ ਢਾਂਚਾ ਵੀ ਆਪਣਾ ਬਣਾ ਰਿਹਾ ਤੇ ਉਦੋਂ ਬਾਅਦ ਆਪਣਾ ਖੜਾ ਕਰ ਰਿਹਾ? ਸਾਰਾ ਇਨਫਰਾਸਟ੍ਰਕਚਰ ਖੜਾ ਕਿੱਥੇ ਹੁੰਦਾ? ਉਹ ਲੋਕਾਂ ਦੇ ਟੈਕਸਾਂ ਤੋਂ ਉਹਨੂੰ ਦੇ ਦਿੰਦੇ ਨੇ। ਹੁਣ ਕਮਾਲ ਹੈ। ਜੇ ਉਹ ਕਾਮਯਾਬ ਹੋਵੇ ਤਾਂ 13 ਲੱਖ ਕਰੋੜ ਦਾ ਐਨਪੀਏ ਕਿਵੇਂ ਬਣ ਗਿਆ? ਬੰਦ ਕਰ ਲੋਕਾਂ ਦੇ ਪੈਸੇ ਖਾਦੇ ਕਿਵੇਂ ਜਾ ਰਹੇ ਨੇ? ਬੈਂਕਾਂ ਡਬੋਤੀਆਂ। ਤੇ ਜੇ ਪ੍ਰਾਈਵੇਟ ਢਾਂਚਾ ਕਾਮਯਾਬ ਹੈ, ਤੁਹਾਨੂੰ ਲੱਗਦਾ ਕਿ ਉਹਦੇ ਨਾਲੋਂ ਕਾਮਯਾਬ ਹੈ, ਤਾਂ ਉਹਦੀ ਵਸੂਲੀ ਕਰੋ। ਇਹਦਾ ਮਤਲਬ ਜਾਲਸਾਜ਼ੀ ਕਰਦਾ ਉਹ। ਇਹ ਮਿਲੀ ਭੁਗਤ ਹੈ, ਇਹ ਮਿਲੀ ਭੁਗਤ ਹੈ ਪੋਲੀਟੀਸ਼ੀਅਨ ਦੀ, ਉਸ ਅਪਰੋਚ ਦੀ, ਕਾਰਪੋਰੇਟ ਮਾਡਲ ਦੀ ਤੇ ਪ੍ਰਾਈਵੇਟ ਪਲੇਅਰ ਦੀ, ਜਿਹੜੀ ਕਿ ਆਮ ਬੰਦਿਆਂ ਦੇ ਖਿਲਾਫ ਜਾ ਰਹੀ ਹੈ। ਔਰ ਇਸੇ ਕਰਕੇ ਪਬਲਿਕ ਸੈਕਟਰ ਦਾ ਜਿਹੜਾ ਮਾਮਲਾ ਸੀ, ਇਹ ਠੀਕ ਹੈ, ਕੁਝ ਹੀ ਇੱਕ ਨੁਕਸ ਮੈਨੂੰ ਲੱਗਦਾ ਪਬਲਿਕ ਸੈਕਟਰ ਦੇ ਚੀਜ਼ਾਂ 'ਚ ਵੀ ਹੈ। ਉਹਦਾ ਮਤਲਬ ਇਹ ਹੈ, ਇੱਕ ਤਾਂ ਜਿਹੜੀ ਮੈਨੇਜਮੈਂਟ ਆ ਸੀ ਉੱਥੇ ਵੀ ਕਰਪਟ ਰਹੀਆਂ ਕਾਫੀ ਹੱਦ ਤੱਕ, ਇਸੇ ਕਰਕੇ ਲੋਕ ਉਹ ਚਾਹਤੇ। ਦੂਜਾ ਵਰਕ ਕਲਚਰ ਨਹੀਂ ਰਿਹਾ। ਵਰਕ ਕਲਚਰ ਮਤਲਬ ਇਹ ਵੀ ਜਿਹੜੇ ਵੀ ਅਦਾਰੇ ਦੇ ਮੁਲਾਜ਼ਮ ਹੋਣ, ਚਾਹੇ ਉਹ ਪਾਵਰਕਾਮ ਦੇ ਹੋਣ, ਚਾਹੇ ਜਿਹਦੇ ਮਰਜ਼ੀ, ਉਹਨਾਂ ਦਾ ਲੋਕਾਂ ਦੀ ਸੇਵਾ, ਲੋਕਾਂ ਦੇ ਕੰਮ ਆਉਣਾ ਮੇਨ ਹੋਣਾ ਚਾਹੀਦਾ। ਉਹਨਾਂ ਦਾ ਭਰੋਸਾ। ਪਰ ਨਾਰਮਲੀ ਜਥੇਬੰਦੀਆਂ ਦਾ ਜਿਹੜਾ ਡਿਮਾਂਡ ਚਾਰਟਰ ਹੈ, ਉਹ ਬਹੁਤਾ ਡੀਏ, ਬਹੁਤੀਆਂ ਤਨਖਾਹਾਂ, ਬਹੁਤੀਆਂ ਇਹ ਹੈ। ਉਹ ਦੂਜਾ ਜਿਹੜਾ ਕੰਮ ਦਾ ਸਵਾਲ ਹੁੰਦਾ, ਉਹ ਪਿੱਛੇ ਚਲਾ ਜਾਂਦਾ, ਉਹ ਲਟਕ ਜਾਂਦਾ। ਉਹਨੂੰ ਵੀ ਧਿਆਨ 'ਚ ਰੱਖਣਾ। ਫਿਰ ਲੋਕਾਂ ਨੂੰ ਉਹ ਦੂਜੇ ਬੰਦੇ ਪ੍ਰਾਈਵੇਟ ਕਿਵੇਂ ਪ੍ਰਚਾਰਦੇ ਨੇ? ਸਰਕਾਰਾਂ ਵੀ ਤਾਂ ਕੰਮ ਹੀ ਨਹੀਂ ਕਰਦੇ। ਦੇਖੋ ਜੇ ਤਾਂ ਕੰਮ ਹੈ, ਇਸ ਲਈ ਉਹ ਬਹੁਤ ਵਧੀਆ ਹੋ, ਅਜੇ ਦੂਰ ਵਾਲਾ ਹੁੰਦਾ ਉਹ ਦੇਖਿਆ ਨਹੀਂ ਹੁੰਦਾ। ਇੱਕ ਵਾਰ ਉਹ 'ਚ ਫਸ ਜਾਂਦੇ ਨੇ, ਮੁੜ ਕੇ ਨਿਕਲਣ ਦਾ ਕੋਈ ਰਸਤਾ ਨਹੀਂ ਹੁੰਦਾ। ਇਹ ਬਹੁਤ ਬੜਾ ਮਾਮਲਾ ਹੈ ਅਪਰੋਚ ਦਾ। ਇੱਕ ਵਾਰ ਫਸ ਜਾਂਦੇ, ਮੁੜ ਕੇ ਕਹਿੰਦੇ ਨਿਕਲਣ ਦਾ ਰਸਤਾ ਨਹੀਂ ਹੁੰਦਾ। ਕੀ ਪੰਜਾਬ ਇਹਨਾਂ ਸਕੀਮਾਂ 'ਚ ਫਸ ਕੇ ਰਹਿ ਗਿਆ ਬਿਜਲੀ ਦੀਆਂ? ਦੇਖੋ ਮੈਨੂੰ ਆਪ ਇਹੀ ਲੱਗ ਰਿਹਾ ਕਿ ਹੁਣ ਜਿਹੜੀ ਇੱਕ ਚੀਜ਼ ਤੁਸੀਂ ਜਦੋਂ ਦੇ ਦਿੰਦੇ ਹੋ ਨਾ, ਉਹ ਦਿੰਨੇ ਤਾਂ ਉਹ ਸੁਵਿਧਾ ਦੇ ਤੌਰ ਤੇ ਬਣ ਜਾਂਦੀ ਹੈ ਉਹ ਅਧਿਕਾਰ, ਫਿਰ ਉਹ ਵਾਪਸ ਲੈਣੀ ਬੜੀ ਔਖੀ ਹੋ ਜਾਂਦੀ ਹੈ। ਕਿਉਂਕਿ ਜੇ ਤੁਸੀਂ ਵਾਪਸ ਲਓਗੇ ਤਾਂ ਦੂਜੀਆਂ ਪਾਰਟੀਆਂ ਰੌਲਾ ਪਾ ਦਿੰਦੀਆਂ ਨੇ। ਇਹ ਅਸੀਂ ਉਹ ਦੇਖਿਆ ਸੀਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਆਈ ਸੀਗੀ, ਉਹਨੇ ਇੱਕ ਵਾਰ ਬਿਜਲੀ ਬੰਦ ਕੀਤੀ ਜਾਂ ਘਟਾਈ, ਥੋੜੀ ਸੀਮਿਤ ਕੀਤੀ, ਪਰ ਜਦੋਂ ਉਹ ਪਾਰਲੀਮੈਂਟ ਹਾਰ ਗਏ, ਫਿਰ ਇੰਨਾ ਪ੍ਰੈਸ਼ਰ ਪੈ ਗਿਆ ਤੇ ਉਹਨੇ ਫਿਰ ਲਗਾਤੀ। ਤੇ ਫਿਰ ਲੇਕਿਨ ਜਦੋਂ ਇਹ ਚੀਜ਼ ਕਰਦੇ ਆ, ਉਸ ਤੋਂ ਬਾਅਦ ਤਾਂ ਇੱਕ ਟੈਗਿੰਗ ਵੀ ਹੋ ਜਾਂਦੀ ਹੈ। ਤਾਂ ਅਗਲੀਆਂ ਗਵਰਨਮੈਂਟਾਂ ਵੇਲੇ ਬਾਦਲਾਂ ਨੇ ਤੇ ਪ੍ਰਚਾਰ ਹੀ ਇਹ ਕੀਤਾ ਵੀ ਇਹ ਤਾਂ ਬੰਦ ਕਰ ਦੂਗਾ, ਅਸੀਂ ਜਿਹੜੀ ਚਲਾਈ ਸੀ ਇਹਨੇ ਬੰਦ ਕਰ ਦੇਣੀ। ਲੋਕ ਡਰ ਜਾਂਦੇ ਇਹਨਾਂ ਚੀਜ਼ਾਂ ਤੋਂ ਕਿ ਯਾਰ ਇੱਕ ਆਹ ਮਾੜੀ ਮੋਟੀ ਮਿਲਦੀ ਹੈ, ਇਹ ਵੀ ਬੰਦ ਹੋ ਜਾਵੇ। ਤਾਂ ਕਈ ਵਾਰੀ ਉਹ ਵੱਡਾ ਨਹੀਂ ਸੋਚ ਪਾਉਂਦੇ, ਉੱਥੇ ਹੀ ਰਹਿ ਜਾਂਦੇ। ਤਾਂ ਮੈਨੂੰ ਲੱਗਦਾ ਕਿ ਹੁਣ ਵੀ ਚੀਜ਼ਾਂ ਜਿਵੇਂ ਆਹ ਮੁਫਤ ਬੱਸ ਵਾਲੀ ਹੋਈ ਹੈ, ਠੀਕ ਹੈ, ਇਹ ਕਦੇ ਵੀ ਸਾਡੇ ਕੋਈ ਮੰਗ ਹੈ ਹੀ ਨਹੀਂ ਸੀ। ਤੁਸੀਂ ਦੇਖੋ ਕਦੇ ਨਹੀਂ ਮੰਗ, ਪਰ ਦੇਤੀ। ਹੁਣ ਜੇ ਤੁਸੀਂ ਅੱਜ ਵਾਪਸ ਲਓਗੇ ਤਾਂ ਇਹ ਬਹੁਤ ਔਖੀ। ਮੈਂ ਇਸੇ ਲਈ ਇੰਦਰਪ੍ਰੀਤ ਜੀ ਅਖੀਰ 'ਚ ਤੋਂ ਇੱਕ ਟਿੱਪਣੀ ਦੇ ਰੂਪ 'ਚ ਜਾਣਨਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਚਾਹੀਦੀ ਵੀ ਹੈ, ਚਾਹੇ ਉਹ ਖੇਤਾਂ ਲਈ ਹੈ, ਚਾਹੇ ਇੰਡਸਟਰੀ ਲਈ ਹੈ, ਚਾਹੇ ਸਾਡੇ ਘਰਾਂ ਲਈ ਹੈ। ਪਰ ਕੀ ਆ ਮੁਫਤ ਵਾਲੀ ਯੋਜਨਾ ਦੇ ਨਾਲ ਪੰਜਾਬ ਤੇ ਹੀ ਬੋਝ ਵੱਧਦਾ ਜਾ ਰਿਹਾ? ਇਹਦਾ ਹੱਲ ਕੀ ਹੈ ਫਿਰ? ਦੇਖੋ ਮਤਲਬ ਅਸੀਂ ਇੱਕ ਵਾਰੀ ਪਹਿਲਾਂ ਇੱਥੇ BBMB 'ਚ ਮੈਂਬਰ ਪਾਵਰ ਹੁੰਦੇ ਸੀਗੇ ਤੇ ਉਹਨਾਂ ਨੇ ਸਾਨੂੰ ਕਿਹਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਜੇ ਆਪਾਂ ਨੂੰ ਆਹ ਹਾਈਡਰੋ ਵਾਲੀ ਬਿਜਲੀ ਇੰਨੀ ਸਸਤੀ ਮਿਲਦੀ ਹੈ ਤਾਂ ਆਪਾਂ ਕਿਉਂ ਪਾਵਰ ਵਾਲੇ ਤੇ ਜਾਈਏ, ਨਹੀਂ ਆਪਾਂ ਹਾਈਡਰੋ ਹੀ ਲਗਾਈ ਜਾਓ। ਤਾਂ ਉਹ ਕਹਿੰਦੇ ਵੀ ਯਾਰ ਜ਼ਰੂਰੀ ਨਹੀਂ ਹੈਗਾ ਨਾ, ਬੈਲੈਂਸ ਰੱਖਣਾ ਹੁੰਦਾ। ਮਤਲਬ ਇਹ ਨਹੀਂ ਹੈ ਕਿ ਅੱਜ ਸਾਡੇ ਕੋਲੇ ਪਾਣੀ ਕਿਸੇ ਟਾਈਮ ਹੋ ਸਕਦਾ ਕਿ ਬਾਰਿਸ਼ਾਂ ਨਾ ਆਉਣ, ਡੈਮ ਦੀ ਰੈਸ਼ਨਿੰਗ ਕਰਨੀ ਪਵੇ, ਫਿਰ ਪਾਣੀ ਉੱਥੇ ਖਤਮ ਹੋ ਗਿਆ ਤਾਂ ਬਿਜਲੀ ਨਹੀਂ ਆਣੀ। ਤਾਂ ਬੈਲੈਂਸ ਇੱਕ ਜ਼ਰੂਰੀ ਚਾਹੀਦਾ ਹੈ। ਤਾਂ ਇਹ ਅੱਜ ਦੀ ਡੇਟ 'ਚ ਵੀ ਸਾਨੂੰ ਬੈਲੈਂਸਿੰਗ ਕਰਨੀ ਹੀ ਪਊਗੀ
ਚਾਹੇ ਆ ਜਿਹੜੀਆਂ ਨਵੀਆਂ ਆ ਗਈਆਂ, ਚਾਹੇ ਸੋਲਰਾਈਜੇਸ਼ਨ ਕਰਾ ਰਹੇ ਹਾਂ ਅਸੀਂ, ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜ਼ਿਆਦਾ ਉਹ ਕਰੀਏ ਵੀ ਚਲੋ ਜੇ ਹੁਣ ਅੱਜ 2 ਰੁਪਏ 35 ਪੈਸੇ ਕੋਈ ਸਾਨੂੰ ਮਿਲ ਰਹੀ ਹੈ ਤਾਂ ਅਸੀਂ ਉਹ ਸਾਨੂੰ ਹਾਂ ਫਿਰ ਨਹੀਂ ਅਸੀਂ ਉਧਰ ਨੂੰ ਥੋੜਾ ਥੋੜਾ ਤੁਰਨਾ ਸ਼ੁਰੂ ਕਰੀਏ। ਤਾਂ ਜੇ ਉਹ ਇਸ ਕਰਕੇ ਵੀ ਜ਼ਰੂਰੀ ਹੈ, ਮੈਨੂੰ ਲੱਗਦਾ ਕਿ ਇੱਕ ਬੈਲੈਂਸਿੰਗ ਤਾਂ ਘੱਟੋ ਘੱਟ ਹੋਏਗੀ ਨਾ। ਫਿਰ ਅਸੀਂ ਐਵੇਂ ਐਡੀ ਦੂਰੋਂ ਦੂਰੋਂ ਕੋਇਲਾ ਲਿਆਈ ਜਾ ਰਹੇ ਹਾਂ, ਉਹ ਜਿਵੇਂ ਭਾਈ ਨੇ ਕਿਹਾ ਚਾਬੀ ਮਰੋੜ ਦਿੰਦੇ ਨੇ, ਉਹ ਬੇਸ਼ੱਕ ਕੋਇਲੇ ਦਾ ਰੇਟ ਭਾਵੇਂ ਉਹਨਾਂ ਨੇ ਉੱਥੇ ਰੱਖਿਆ, ਲੇਕਿਨ ਰੇਲਵੇ ਦਾ ਜਿਹੜਾ ਕਿਰਾਇਆ ਸੀਗਾ ਉਹ ਉੱਪਰ ਕਰੀ ਜਾ ਰਿਹਾ, ਤਾਂ ਸਾਨੂੰ ਤਾਂ ਉਹ ਬਹੁਤ ਮਹਿੰਗਾ ਪੈਂਦਾ ਹੈਗਾ। ਤਾਂ ਕੋਈ ਹੋਰ ਅਲਟਰਨੇਟਿਵ ਸਾਨੂੰ ਸੋਚਣੇ ਪੈਣਗੇ ਤਾਂ ਅਸੀਂ ਕਿਤੇ ਕਿਸੇ ਤਰ੍ਹਾਂ। ਵੀਰ ਭਾਜੀ ਕੀ ਹੋਰ ਬਦਲ ਫਿਰ ਸੋਲਰ ਆ ਜਾਂ ਆ ਸਰਕਾਰੀ ਸਕੀਮਾਂ ਦੇ ਸਹਾਰੇ ਹੀ ਪੰਜਾਬ ਨੂੰ ਵੋਟ ਰਾਜਨੀਤੀ 'ਚ ਫਸਾ ਕੇ ਰੱਖਣਾ? ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਜਿਹਦਾ ਲੰਮੇ ਸਮੇਂ ਦਾ ਤਾਂ ਇਹ ਹੈ ਕਿ ਜੀਵਨ ਜਾਂਚ ਕੀ ਅਸੀਂ ਇਹੋ ਜਿਹੀ ਰੱਖਣੀ ਹੈ ਜਿੱਥੇ ਬਿਨਾਂ ਏਸੀ ਤੋਂ ਘਰ ਹੀ ਨਹੀਂ ਚੱਲ ਸਕੂਗਾ, ਜਿੱਥੇ ਬਿਨਾਂ ਬਾਕੀ ਤੋਂ ਕੀ ਓਵਰਆਲ ਮਾਡਲ ਵੀ ਬਦਲਣਾ? ਜੇ ਓਵਰਆਲ ਮਾਡਲ ਬਦਲ ਜੇ, ਸਾਡੀ ਬਿਜਲੀ ਦੀ ਲੋਡ ਘਟਾ ਲਈਏ, ਇੱਕ ਤਾਂ ਲੰਮੇ ਸਮੇਂ ਦਾ, ਉਹ ਲੰਮੇ ਸਮੇਂ ਦਾ ਜਿਹੜਾ ਵੀ ਚੀਜ਼ਾਂ ਹੋਣ। ਦੂਜਾ, ਇਹਨੂੰ ਤੁਰੰਤ ਰੈਸ਼ਨਲਾਈਜ਼ ਕਰਨਾ ਚਾਹੀਦਾ। ਜਿਹੜੇ ਵੀ ਬੰਦੇ ਪੇ ਕਰ ਸਕਦੇ ਨੇ ਉਹਨਾਂ ਤੋਂ ਪੇਮੈਂਟ ਲੈਣੀ ਚਾਹੀਦੀ ਹੈ। ਜਿਹੜੇ ਵਰਗ ਜਾਂ ਜਿਹੜੇ ਬੰਦੇ ਸੈਕਸ਼ਨ ਨਹੀਂ ਕਰ ਸਕਦੇ ਉਹਨਾਂ ਨੂੰ ਕੰਪਨਸੇਟ ਕਰਨਾ ਚਾਹੀਦਾ, ਉਹਨਾਂ ਨੂੰ ਸਸਤੀ ਬਿਜਲੀ ਮੇਰੇ ਖਿਆਲ ਦੇ ਰੂਪ ਦੇ ਵਿੱਚ। ਭਾਈ ਉਹ ਵਾਲਾ ਮਾਡਲ ਜ਼ਿਆਦਾ ਠੀਕ ਹੈ ਕਿ ਤੁਸੀਂ ਜਿਹੜੀਆਂ 300 ਰੱਖੀ ਹੈ ਉਹੀ 150 ਜਾਂ 200 ਰੱਖ ਲੈਂਦੇ ਤਾਂ ਐਟਲੀਸਟ ਉਹਦੇ ਵਰਗ ਆ ਜਾਂਦਾ। ਉਹਦੇ ਚ ਇੱਕ ਲਿਮਟ ਦੀ ਗੱਲ ਹੈ ਨਾਲ, ਐਤਕੀ ਨਹੀਂ ਪਹਿਲਾਂ ਜਿਹੜੀ 200 ਮਿਲਦੀ ਸੀ, ਹਾਲਾਂਕਿ ਕਿਲੋਵਾਟ ਉਹਦੇ ਚ 1 ਕਿਲੋਵਾਟ ਤੱਕ ਦਾ ਸੀਗਾ। ਹੁਣ ਵੀ ਉਹ ਲੋਡ ਦੀ ਸ਼ਰਤ ਵੀ ਹਟਾ ਦੇਣ ਦਾ ਮਤਲਬ ਹੈ ਕਿ ਤੁਹਾਡਾ ਕੋਈ ਲਗਾ ਦੇਗਾ ਨਹੀਂ ਹੈਗਾ ਨਾ। ਜਿਹੜੀ ਵੀ ਚੀਜ਼ਾਂ ਰਾਈਡਰ ਤਾਂ ਕੋਈ ਉਸ ਲੈਵਲ ਦਾ ਕੋਈ ਰਾਈਡਰ ਤੁਹਾਨੂੰ ਲਾਉਣਾ ਪਏਗਾ ਕਿ ਇਸ ਲੈਵਲ ਦੀਆਂ ਚੀਜ਼ਾਂ ਨੇ, ਫਿਰ ਐਟਲੀਸਟ ਉਹ ਵੀ ਮਿਲਦੀ ਜਿਹਨੂੰ ਚਾਹੀਦੇ ਜਿਹੜਾ ਲੋਡ ਬਣਦਾ ਹੈ, ਮਤਲਬ ਜਿਹਨੂੰ ਤੁਸੀਂ ਚਾਹੁੰਦੇ ਹੋ ਕਿ ਉਸ ਤੱਕ ਲਿਜਾਇਆ ਜਾਵੇ। ਔਰ ਵਾਤਾਵਰਨ ਬਹੁਤ ਵੱਡਾ ਮੁੱਦਾ ਹੈ, ਔਰ ਪ੍ਰਾਈਵੇਟ ਥਰਮਲ ਹੀ ਬਾਰ-ਬਾਰ ਇੰਨੇ ਲਾ ਲਓਗੇ ਤੁਸੀਂ ਨਾ, ਇਹਦਾ ਮਤਲਬ ਉਹ ਗੱਲ ਨਹੀਂ ਚੱਲੇਗੀ। ਔਰ ਫਿਰ ਇਹ ਲਾਉਣਾ ਕਿੱਥੇ ਹੈ ਕਿੱਥੇ ਨਹੀਂ ਲਾਉਣਾ, ਉਹਦੀ ਪਾਲਿਸੀ ਦਾ ਸਵਾਲ ਵੀ ਹੈ ਕਿ ਉਸ ਨੂੰ ਤੁਸੀਂ ਉਹ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਔਰ ਇੱਕ ਵਾਰ ਚੀਫ ਮਿਨਿਸਟਰ ਸੀਗੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਪੁੱਛਿਆ ਗਿਆ ਸੀ ਜਦੋਂ ਥਰਮਲ ਲੱਗ ਰਹੇ ਸੀ ਤੇ ਵੀ ਤੁਸੀਂ ਥਰਮਲ ਲਾ ਰਹੇ ਹੋ, ਕਹਿੰਦੇ ਤੁਸੀਂ ਤਾਂ ਜਿਉਣੇ ਨਹੀਂ ਦਿੰਦੇ ਜੀ, ਹੁਣ ਅਸੀਂ ਬਿਜਲੀ ਲੈ ਲਿਆ ਰਹੇ ਹਾਂ ਤੇ ਤੁਸੀਂ ਕਹਿ ਰਹੇ ਹੋ। ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਕਿ ਜੀ ਇੱਕ ਮਤਲਬ ਬਿਮਾਰ ਬੰਦਾ ਏਸੀ ਵਾਲੇ ਹਸਪਤਾਲ ਚ ਪਿਆ ਚੰਗਾ ਹੈ ਜਾਂ ਇੱਕ ਤੰਦਰੁਸਤ ਬੰਦਾ ਗਰਮੀ ਨਾਲ ਜੂਝਦਾ ਰਹੇ ਤੇ ਉਹ ਜ਼ਿਆਦਾ ਚੰਗਾ? ਸਾਡਾ ਏਮ ਕੀ ਹੈ ਦੋਨਾਂ ਚੋਂ, ਪ੍ਰਾਇੋਰਟੀ ਕੀ ਹੈ? ਮਤਲਬ ਤਰਜੀਹਾਂ ਸਾਨੂੰ ਦੇਖਣੀਆਂ ਪੈਣਗੀਆਂ, ਤਰਜੀਹਾਂ ਕੀ ਨੇ, ਉਸ ਲਿਹਾਜ਼ ਦੇ ਨਾਲ ਹੀ ਸਾਨੂੰ ਮਤਲਬ ਜ਼ਿੰਦਗੀ ਦੇ ਵਿੱਚ ਅੱਗੇ ਪਾਲਿਸੀ ਦਾ ਬਦਲਣਾ ਪਏਗਾ। ਪ੍ਰਾਈਵੇਟਾਈਜੇਸ਼ਨ ਇਹਦਾ ਬਿਲਕੁਲ ਇਲਾਜ ਨਹੀਂ, ਇਹਨੂੰ ਪਬਲਿਕ ਸੈਕਟਰ ਤੇ ਪ੍ਰਾਈਵੇਟ ਚ ਵੀ ਜੇ ਕਰਨਾ ਇੱਕ ਬੈਲੈਂਸ ਬਣਾਉਣਾ ਪਏਗਾ ਤਾਂ ਕਿ ਉਸ ਫੀਲਡ ਦੇ ਵਿੱਚ ਵੀ ਕੰਮ ਚੱਲ ਸਕੇ। ਬਿਲਕੁਲ, ਪ੍ਰਾਈਵੇਟ ਖੇਤਰ ਵੱਲ ਪੂਰਾ ਹੀ ਸੌਂਪ ਦੇਣਾ ਇਹ ਵੀ ਇੱਕ ਖਤਰਨਾਕ ਹੈ। ਪਰ ਇਹਦੇ ਵਿੱਚੋਂ ਵੀ ਇੱਕ ਸਵਾਲ ਹੈ ਕਿ ਜੇਕਰ ਕੋਈ 70,000 ਤਨਖਾਹ ਲੈਂਦਾ ਤੇ ਉਹ ਬੱਸ 'ਚ ਮੁਫਤ ਸਫ਼ਰ ਕਰ ਰਿਹਾ ਤੇ ਇੱਕ ਦਿਹਾੜੀਦਾਰ ਬੰਦਾ ਉਹ ਟਿਕਟ ਲੈ ਕੇ ਜਾ ਰਿਹਾ, ਉਸੇ ਤਰ੍ਹਾਂ ਸਵਾਲ ਇਹ ਖਰਾ ਕਿ ਘਰਾਂ ਦੇ ਵਿੱਚ ਜਿਹੜਾ ਕੋਈ ਵੱਡੇ ਅਹੁਦਿਆਂ ਤੇ ਲੱਗਿਆ ਤੇ ਉਹ ਰਿਟਰਨ ਵੀ ਭਰਦਾ, ਟੈਕਸ ਵੀ ਭਰਦਾ, ਪਰ ਉਹਦੀ ਬਿਜਲੀ ਮੁਫਤ ਹੈ। ਤੇ ਦੂਸਰੇ ਪਾਸੇ ਜਿਹਦੇ ਕੋਲ 40 ਕਿੱਲੇ ਨੇ, 70 ਕਿੱਲੇ, 100 ਕਿੱਲੇ ਨੇ, ਉਹਨੂੰ ਬਿਜਲੀ ਮੁਫਤ ਹੈ, ਪਰ ਲੋੜਵੰਦਾਂ ਲਈ ਅਜੇ ਵੀ ਸਹੂਲਤ ਨਹੀਂ ਹੈ। ਸੋ ਉੱਥੇ ਸਵਾਲ ਵੱਡਾ ਖੜਾ ਕਿ ਪੰਜਾਬ ਦੇ ਖਜ਼ਾਨੇ ਨੂੰ ਵੀ ਖੋਰਾ ਤੇ ਸਮਤਲ ਵੀ ਨਹੀਂ ਹੈ ਤੇ ਰਾਜਨੀਤਿਕ ਧਿਰਾਂ ਦੀ ਇੱਛਾ ਸ਼ਕਤੀ ਸਿਰਫ ਵੋਟ ਰਾਜਨੀਤੀ ਦੀ ਹੋ ਗਈ ਹੈ, ਪੰਜਾਬ ਦੀ ਰਾਜਨੀਤੀ ਨਹੀਂ ਰਹੀ, ਪੰਜਾਬ ਹਿੱਤੀ ਰਾਜਨੀਤੀ ਨਹੀਂ ਰਹੀ। ਇਸੇ ਲਈ ਅਸੀਂ ਬਿਜਲੀ ਦੇ ਮੁੱਦੇ ਤੇ ਗੰਭੀਰ ਚਰਚਾ ਲੈ ਕੇ ਹਾਜ਼ਰ ਸੀ। ਫਿਰ ਪਰਤਾਂਗੇ, ਤੁਸੀਂ ਵੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਬਹੁਤ ਸ਼ੁਕਰੀਆ ਹਮੀਰ ਭਾਜੀ ਤੇ ਬਹੁਤ ਬਹੁਤ ਸ਼ੁਕਰੀਆ ਇੰਦਰਪ੍ਰੀਤ ਜੀ, ਬਹੁਤ ਧੰਨਵਾਦ।